ਸਤਨਾਮ ਵਾਹਿਗੁਰੂ ਸਾਹਿਬ ਜੀਓ। ਸਤਿਗੁਰ ਕੀ ਵੱਡੀ ਵਡਿਆਈ, ਭੇਦ ਪਾਰ ਨੈ ਪਾਇਓ ਜਾਈ। ਇਸ ਬਿਦ ਕੈ ਕਰ ਕਿਰਪਾ ਨਿਦਾਨਾ, 301 ਸ਼ਲੋਕ ਬਖਾਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬ ਸੁੱਖਾਂ ਦੇ ਦਾਤੇ ਸਤਿਗੁਰੂ ਜ਼ਹਰਾ ਜ਼ਹੂਰ ਅਤੇ ਹਾਜ਼ਰਾ ਹਜ਼ੂਰ, ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਣ ਵਿੱਚ ਸੁਭਾਈਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਗੁਰੂ ਗੋਦ ਵਿੱਚ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰਬਾਣੀ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਨੇ ਆਪ ਜੀ ਨੂੰ ਸੁਣਾਇਆ। ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਸੁਖਮਨੀ ਸਾਹਿਬ ਜੀ ਦੇ ਇਹ ਪਵਿੱਤਰ ਅਮੋਲ ਬਚਨ ਮਾਨਯੋਗ ਭਾਈ ਸਾਹਿਬ ਜੀ ਨੇ ਸੁਣਾਏ ਨੇ। 16ਵੀਂ ਅਸ਼ਟਪਦੀ ਜਿਹਦੇ ਆਰੰਭ ਸ਼ਲੋਕ ਹੈ ਕਿ ਰੂਪ ਨ ਰੇਖ ਨ ਰੰਗ ਕਿਛ ਤ੍ਰਿਹੁ ਗੁਣ ਤੇ ਪ੍ਰਪਿਨ, ਤੇ ਸਹਿ ਬਜਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਸਮੁੱਚੀ ਅਸ਼ਟਪਦੀ ਵਿੱਚ ਵਾਹਿਗੁਰੂ ਜੀ ਦੀ ਬੇਅੰਤਤਾ ਦਾ ਜ਼ਿਕਰ ਹੈ। ਵਾਹਿਗੁਰੂ ਜੀ ਦੇ ਨਾਮ ਦਾ ਵਰਣਨ ਹੈ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ। ਆਖਰੀ ਅਸ਼ਟਪਦੀ ਅੰਦਰ ਉਹ ਹਸਤੀਆਂ, ਉਹ ਵਾਹਿਗੁਰੂ ਜੀ ਦੇ ਪਿਆਰੇ ਜੋ ਉਸ ਵਾਹਿਗੁਰੂ ਜੀ ਦੇ ਨਾਮ 'ਚ ਜੁੜ ਜਾਂਦੇ ਨੇ, ਉਹਦੇ ਵਿੱਚ ਲਿਵਲੀਨ ਹੋ ਜਾਂਦੇ ਨੇ, ਉਹਨਾਂ ਦੀ ਜੀਵਨ ਸ਼ੈਲੀ ਕਿਹੋ ਜਿਹੀ ਬਣ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਦਾ ਪੱਧਰ ਕਿਹੋ ਜਿਹਾ ਬਣ ਜਾਂਦਾ ਹੈ। ਮਨੁੱਖ ਦੇ ਮਨ ਦੀ ਇਹ ਵਡਿਆਈ ਪ੍ਰਮਾਤਮਾ ਨੇ ਰੱਖੀ ਹੈ। ਮਨੁੱਖ ਜਿਸ ਬੰਨੇ ਜੁੜ ਜਾਏਗਾ ਉਹ ਜਿਹਾ ਉਹਦਾ ਮਨ ਬਣ ਜਾਏਗਾ, ਉਹ ਜਿਹਾ ਉਹਦਾ ਜੀਵਨ ਦਾ ਢੰਗ ਬਣ ਜਾਏਗਾ। ਦੁਨੀਆ ਨਾਲ ਜੁੜਦਾ ਬੰਦਾ ਦੁਨੀਆ ਵਰਗਾ ਬਣੀ ਜਾਂਦਾ ਹੈ। ਪਰਮਾਤਮਾ ਵਾਲੇ ਬੰਨੇ ਜਦੋਂ ਬੰਦਾ ਜੁੜਦਾ ਹੈ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਦਾ ਹੈ, ਫਿਰ ਉਹਦੀ ਸੁਰਤ ਦਾ ਇੱਕ ਪੱਧਰ ਬਣਦਾ ਬਿਸਮਨ ਬਿਸਮ ਪਏ ਬਿਸਮਾਦ। ਕੋਈ ਵੀ ਉਹ ਚੀਜ਼ ਜਿਹੜੀ ਸਾਡੀ ਕਲਪਨਾ ਤੋਂ ਬਾਹਰ ਹੋਏ, ਜਿਹੜੀ ਸਾਡੀ ਸ਼ਕਤੀ ਤੋਂ ਬਾਹਰ ਹੋਏ, ਜਿਹੜੀ ਸਾਡੀ ਇਮੈਜਨ ਤੋਂ ਬਾਹਰ ਹੋਏ, ਜਦੋਂ ਉਹਨੂੰ ਅਸੀਂ ਦੇਖਦੇ ਹਾਂ ਅਸੀਂ ਕਹਿੰਦੇ ਵਾਹ ਕਿੰਨੀ ਇਹ ਮਹਾਨ ਚੀਜ਼ ਹੈ, ਅਸੀਂ ਤੇ ਦੇਖੀ ਨਹੀਂ ਅਜੇ ਤੱਕ। ਕੋਈ ਵਧੀਆ ਸਵਾਦ ਹੋਏ ਅਸੀਂ ਵਾਹ ਕਰ ਉੱਠਦੇ ਹਾਂ, ਕੋਈ ਵਧੀਆ ਕੁਦਰਤੀ ਦ੍ਰਿਸ਼ ਹੋਏ ਅਸੀਂ ਅੰਦਰੋਂ ਬੜੇ ਹੈਰਾਨਕੁਨ ਹੋ ਜਾਂਦੇ ਹਾਂ। ਜਦੋਂ ਕੋਈ ਆਪਣੀ ਸੁਰਤ ਨੂੰ ਵਾਹਿਗੁਰੂ ਜੀ ਦੇ ਰੰਗ 'ਚ ਜੋੜਦਾ ਹੈ, ਪ੍ਰਭੂ ਦੇ ਪਿਆਰ ਜੁੜਦਾ ਹੈ, ਫਿਰ ਉੱਥੇ ਜਾ ਕੇ ਬਿਸਮਨ ਬਿਸਮ ਪਏ ਬਿਸਮਾਦ, ਜਿਨ ਬੂਝਿਆ ਤਿਸ ਆਇਆ ਸਵਾਦ। ਉਹ ਬਿਸਮਾਦ ਵਿੱਚ ਚਲਿਆ ਜਾਂਦਾ। ਬਿਸਮਾਦ ਇੱਕ ਅਜਿਹੀ ਵਸਤ ਹੈ ਜਿੱਥੇ ਕੁਝ ਬਿਆਨ ਨਹੀਂ ਕੀਤਾ ਜਾ ਸਕਦਾ, ਜਿਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਇਹ ਤੇ ਜਿੰਨੇ ਉਹਨੂੰ ਮਾਣਿਆ ਉਹੀ ਇਹਨੂੰ ਜਾਣਦਾ, ਪਰ ਜੋ ਜਾਣਦਾ ਉਹ ਦੁਨੀਆ ਤੋਂ ਟੁੱਟਦਾ ਨਹੀਂ ਹੈ। ਇਹ ਬੜਾ ਫਰਕ ਹੈ ਗੁਰਮਤਿ ਦੇ ਮਾਰਗ ਵਿੱਚ। ਜੋ ਜਾਣਦਾ ਹੈ ਉਹ ਇਹ ਨਹੀਂ ਕਿ ਦੁਨੀਆ ਤੋਂ ਵੱਖਰਾ ਹੋ ਕੇ ਮਲੰਗ ਹੋ ਕੇ ਬੈਠ ਗਿਆ, ਪਹਾੜਾਂ 'ਚ ਬੈਠ ਗਿਆ, ਤੀਰਥਾਂ ਤੇ ਬੈਠ ਗਿਆ, ਨਹੀਂ। ਉਹ ਫਿਰ ਕੀ ਕਰਦਾ ਹੈ, ਉਹਦੇ ਰੰਗ 'ਚ ਜੁੜ ਕੇ, ਉਹਦੇ ਪਿਆਰ 'ਚ ਜੁੜ ਕੇ, ਫਿਰ ਉਹਦੇ ਦਾਤੇ ਦੁੱਖ ਕਾਟਣਹਾਰ, ਉਹ ਮਨੁੱਖਤਾ ਦੇ ਦੁੱਖਾਂ ਨੂੰ ਵੀ ਕੱਟਦਾ ਹੈ, ਉਹ ਪਰਉਪਕਾਰ ਕਰਦਾ ਹੈ ਮਨੁੱਖਤਾ ਦੇ ਉੱਪਰ। ਗੁਰੂ ਸਾਹਿਬ ਜੀ ਨੇ ਉਸ ਪਰਉਪਕਾਰੀ ਮਹਾਨ ਹਸਤੀ ਦਾ ਜ਼ਿਕਰ ਇਸ ਆਖਰੀ ਪੌੜੀ ਅੰਦਰ ਕੀਤਾ ਹੈ। ਉਹ ਵਾਹਿਗੁਰੂ ਜੀ ਦੇ ਪਿਆਰ ਜੁੜਿਆ ਰਹਿੰਦਾ ਹੈ। ਜੁੜਦਿਆਂ ਜੁੜਦਿਆਂ ਗੁਰ ਪ੍ਰਸਾਦ ਨਾਨਕ ਫਲ ਪਾਵੇ। ਗੁਰੂ ਦੀ ਕਿਰਪਾ ਸਦਕਾ ਵਾਹਿਗੁਰੂ ਜੀ ਦੇ ਰੰਗ ਜੁੜ ਕੇ ਉਹਨੂੰ ਆਨੰਦ ਵੀ ਮਿਲਦਾ ਹੈ, ਉਹ ਆਨੰਦ ਲੋਕਾਂ ਨੂੰ ਵੀ ਵੰਡਦਾ ਹੈ। ਗੁਰਮਤਿ ਦਾ ਮਾਰਗ ਵੰਡ ਕੇ ਛਕਣ ਦਾ ਮਾਰਗ ਹੈ। ਮਨੁੱਖ ਦਾ ਜ਼ਿੰਦਗੀ ਕੋਈ ਇਕਾਂਗੀ ਨਹੀਂ ਹੈ, ਇਕੱਲਿਆਂ ਨਹੀਂ ਹੈ ਕਿ ਮੈਂ ਆਪਣੇ ਲਈ ਜਿਉਣਾ। ਆਪਣੇ ਲਈ ਜਿਉਣਾ ਕੋਈ ਜ਼ਿੰਦਗੀ ਨਹੀਂ ਹੈ। ਆਪਣੇ ਲਈ ਜਿਉਣਾ ਕੋਈ ਜ਼ਿੰਦਗੀ ਨਹੀਂ ਹੈ ਕਿ ਮੈਂ ਤਪਸਵੀ ਹਾਂ, ਆਪਣੇ ਲਈ ਜਿਉਣਾ, ਹੋਰ ਕੁਝ ਨਹੀਂ। ਇੱਕ ਸੰਸਾਰੀ ਲੋਕ ਨੇ, ਜਿਹੜੇ ਸੰਸਾਰੀ ਲੋਕ ਮੋਹ ਮਾਇਆ 'ਚ ਪੈ ਕੇ ਆਪਣੇ ਤੋਂ ਬਾਹਰ ਨਿਕਲਦੇ ਨਹੀਂ ਕਿ ਮੈਂ ਰਹਿਣਾ ਚਾਹੀਦਾ, ਮੇਰਾ ਪਰਿਵਾਰ ਰਹਿਣਾ ਚਾਹੀਦਾ, ਮੇਰੀ ਕੌਮ ਰਹਿਣੀ ਚਾਹੀਦੀ। ਇਹ ਇੱਕ ਸੰਕੀਰਣ ਸੋਚ ਹੈ, ਇੱਕ ਬੜੀ ਛੋਟੀ ਜੀ ਸੋਚ ਹੈ ਕਿ ਮੈਂ ਹੀ ਹੋਵਾਂ, ਮੇਰੇ ਬੱਚੇ ਹੀ ਹੋਣ, ਮੇਰਾ ਆਂਢੀ ਗੁਆਂਢੀ ਕੋਈ ਨਾ ਹੋਏ।
ਇੱਕ ਬੜੀ ਜਿਹਨੂੰ ਆਪਾਂ ਨੀਚ ਸੋਚ ਕਹਿ ਸਕਦੇ, ਨੀਚ ਸੋਚ ਹੈ, ਡਿੱਗੀ ਹੋਈ ਪੱਧਰ ਦੀ ਸੋਚ। ਜੇ ਇੱਕ ਸੰਸਾਰੀ ਮਨੁੱਖ ਦੀ ਸੋਚ ਨੀਵੀਂ ਹੋ ਸਕਦੀ ਹੈ, ਧਰਮ ਦੀ ਦੁਨੀਆ 'ਚ ਬੜੇ ਨੇ ਇਹੋ ਜਿਹੇ ਲੋਕ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਜਿਹੜੇ ਕਹਿੰਦੇ ਅਸੀਂ ਤਪਸਵੀ ਹਾਂ, ਮੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਹੋਣਾ ਚਾਹੀਦਾ, ਮੇਰੇ ਵਰਗਾ ਹੋਰ ਕੋਈ ਨਹੀਂ ਹੋਣਾ ਚਾਹੀਦਾ। ਮਨੁੱਖ ਇਕਾਂਗੀ ਨਹੀਂ ਹੈ, ਇਕੱਲਿਆਂ ਰਹਿ ਕੇ ਮਨੁੱਖ ਜ਼ਿੰਦਗੀ ਦਾ ਆਨੰਦ ਮਾਣ ਹੀ ਨਹੀਂ ਸਕਦਾ। ਇਕੱਲਿਆਂ ਤੇ ਰੱਬ ਨੂੰ ਆਨੰਦ ਨਹੀਂ ਆਇਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਕੱਲਿਆਂ ਰੱਬ ਨੂੰ ਆਨੰਦ ਨਹੀਂ ਆਇਆ ਤੇ ਉਹਨੇ ਜੀ ਕੀਤਾ ਫਿਰ ਦੁਨੀਆ ਬਣਾ ਦਿੱਤੀ। ਇਕੱਲਿਆਂ ਤੇ ਰੱਬ ਵੀ ਨਹੀਂ ਰਹਿਣਾ ਚਾਹੁੰਦਾ। ਮਨੁੱਖ ਕੇ ਮੈਂ ਇਕੱਲਿਆਂ ਰਹਿਣਾ ਹੈ, ਇਹ ਮਨੁੱਖਤਾ ਨਹੀਂ ਹੈ। ਧਰਮ ਦੇ ਨਾਂ ਤੇ ਬੰਦਾ ਜੰਗਲਾਂ ਨੂੰ ਭੱਜਦਾ ਹੈ, ਤੀਰਥਾਂ ਨੂੰ ਭੱਜਦਾ ਹੈ, ਕੋਈ ਟੋਏ ਪੁੱਟ ਕੇ ਥੱਲੇ ਬੈਠ ਜਾਂਦਾ ਹੈ, ਕੋਈ ਪਹਾੜਾਂ ਤੇ ਚੜ੍ਹ ਜਾਂਦਾ ਹੈ। ਧਰਮ ਇਹ ਨਹੀਂ ਸਿਖਾਉਂਦਾ। ਧਰਮ ਇਹ ਸਿਖਾਉਂਦਾ ਹੈ ਕਿ ਤੁਸੀਂ ਉਸ ਵਾਹਿਗੁਰੂ ਜੀ ਦੇ ਰੰਗ 'ਚ ਜੁੜ ਕੇ, ਉਹਦੇ ਆਨੰਦ 'ਚ ਜੁੜ ਕੇ ਫਿਰ ਉਸ ਅਵਸਥਾ ਤੇ ਪਹੁੰਚ ਜਾਓ, ਲੋਕਾਂ ਦੇ ਦੁੱਖਾਂ ਨੂੰ ਕੱਟਣ ਵਾਲੇ ਬਣੋ, ਲੋਕਾਂ ਤੇ ਪਰਉਪਕਾਰ ਕਰੋ। ਬੜੇ ਪਿਆਰੇ ਬਚਨ ਕੀਰਤਨ ਵਿੱਚ ਆਪ ਜੀ ਨੇ ਸਰਵਣ ਕੀਤੇ ਨੇ। ਸਤਿਗੁਰੂ ਜੀ ਮਿਹਰ ਕਰਨ। ਇਹ ਬੜੀ ਮਿੱਠੀ, ਬੜੀ ਗਿਆਨ ਭਰਪੂਰ ਅਮੋਲਕ ਬਾਣੀ ਹੈ ਸੁਖਮਨੀ ਸਾਹਿਬ ਜੀ ਦੀ। 16ਵੀਂ ਅਸ਼ਟਪਦੀ ਨੂੰ ਕਦੀ ਤੁਸੀਂ ਧਿਆਨ ਨਾਲ ਪੜ੍ਹਨਾ। ਰੂਪ ਨ ਰੇਖ ਨ ਰੰਗ ਕੇ ਛਤਰੇ ਹੋ ਗੁਣ ਤੇ ਪ੍ਰਭ ਭਿੰਨ, ਤੇ ਸਹਿ ਬੁਝਾਏ ਨਾਨਕਾ ਜੀ ਸੋਵੇ ਸੋ ਪ੍ਰਸੰਨ। ਪਰਮਾਤਮਾ ਦੀ ਨਿਰਾਕਾਰਤਾ ਦੀ ਗੱਲ ਕਰਦੇ ਆ, ਫਿਰ ਤਿਸੇ ਬਜਾਏ ਸਮਝ ਕਿਹਨੂੰ ਪੈਂਦੀ? ਜਿਹਦੇ ਤੇ ਪ੍ਰਸੰਨ ਹੁੰਦਾ। ਪ੍ਰਸੰਨ ਕਿਵੇਂ ਹੁੰਦਾ? ਕੀ ਰਸਤਾ ਪ੍ਰਸੰਨਤਾ ਦਾ? ਸਮੁੱਚੀ ਅਸ਼ਟਪਦੀ ਵਿੱਚ ਜਿੱਥੇ ਵਾਹਿਗੁਰੂ ਜੀ ਦੀ ਨਿਰਾਕਾਰਤਾ ਦਾ ਜ਼ਿਕਰ ਹੈ, ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਹੈ, ਫਿਰ ਜਿਨ੍ਹਾਂ ਨੂੰ ਸਮਝ ਪੈਂਦੀ ਹੈ ਉਹਨਾਂ ਦੀ ਅਵਸਥਾ ਦਾ ਜ਼ਿਕਰ ਹੈ। ਸੁਖਮਨੀ ਸਾਹਿਬ ਦੀ ਬਾਣੀ ਕੋਈ ਇਹ ਨਹੀਂ ਹੈ ਕਿ ਇੱਕ ਅਸ਼ਟਪਦੀ ਇਧਰੋਂ ਲਈ ਬਾਣੀ ਕਿਤੇ ਵੀ ਇਦਾਂ ਨਹੀਂ ਹੈ। ਇੱਕ ਬੜੀ ਸੋਹਣੀ ਚੇਨ ਹੈ, ਇੱਕ ਬੜੀ ਸੋਹਣੀ ਚੇਨ ਬਣੀ ਹੋਈ, ਕੜੀ ਦਰ ਕੜੀ। ਸ਼ਲੋਕ ਦੀ ਵਿਆਖਿਆ ਪੌੜੀ ਅੰਦਰ, ਅਸ਼ਟਪਦੀ ਦੇ ਅੰਦਰ ਹਰ ਪੌੜੀ ਜਿਹੜੀ ਹੈ ਉਹ ਇੱਕ ਇੱਕ ਸਟੈਪ ਕਰਦੀ ਹੋਈ ਆਖਰੀ ਪੰਕਤੀ ਤੇ ਪਹੁੰਚਦੀ ਹੈ। ਜਿੱਥੇ ਜਾ ਕੇ ਆਖਰੀ ਅਸ਼ਟਪਦੀ ਦੀ ਆਖਰੀ ਪੰਕਤੀ ਹੁੰਦੀ ਹੈ, ਉਹਦੇ ਚੋਂ ਇੱਕ ਨਵਾਂ ਸ਼ਲੋਕ, ਨਵਾਂ ਖਿਆਲ ਨਿਕਲਦਾ ਹੈ। ਉਹਦੀ ਫਿਰ ਵਿਆਖਿਆ ਹੈ, ਕਰਦੇ ਕਰਦੇ ਪੂਰਾ ਪ੍ਰਭ ਅਰਾਧਿਆ, ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਪਿਆਰ ਨਾਲ ਪੜਿਆ ਕਰੋ, ਜ਼ਰੂਰ ਬਾਣੀਏ ਪੜਿਆ ਕਰੋ, ਔਰ ਪੜਿਆ ਕਰੋ ਸਮਝਣ ਲਈ। ਸਤਿਗੁਰੂ ਜੀ ਦਾ ਸਾਹਿਤਕ ਪੱਖ ਤੋਂ, ਸਤਿਗੁਰੂ ਜੀ ਦਾ ਆਤਮਿਕ ਪੱਖ ਤੋਂ, ਰੂਹਾਨੀਅਤ ਦੇ ਪੱਖ ਤੋਂ ਜੋ ਕਮਾਲ ਹੈ ਉਹ ਜਦੋਂ ਤੁਸੀਂ ਬਾਣੀ ਪੜੋਗੇ ਫਿਰ ਪਤਾ ਲੱਗੇਗਾ। ਪਰ ਗਿਣਤੀਆਂ ਨਾਲ ਨਹੀਂ ਕਿ ਮੈਂ ਇੰਨੇ ਮਿੰਟਾਂ 'ਚ ਬਾਣੀ ਪੂਰੀ ਕਰਨੀ ਹੈ, ਦਿਨ 'ਚ ਇੰਨੇ ਕਰਨੀ। ਕਰੋ, ਜਿਹੜੇ ਕਰਦੇ ਰੋਕਦੇ ਨਹੀਂ ਆਪਾਂ, ਪਰ ਜੇ ਕੁਝ ਆਨੰਦ ਲੈਣਾ ਵਿਚਾਰ ਨਾਲ ਪੜੋ ਬਾਣੀ ਨੂੰ। ਕਦੀ ਸਤਿਗੁਰੂ ਜੀ ਮਿਹਰ ਕਰਨ, ਇਹ ਬਚਨ ਸਾਡੇ ਹਿਰਦੇ 'ਚ ਵਸਣ। ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਸਤਿਗੁਰੂ ਜੀ ਅਚਲ ਬਟਾਲੇ ਦੀ ਧਰਤੀ ਤੇ ਆਏ ਨੇ। ਸਿੱਧ ਲੋਕ, ਬੜੇ ਤਪਸਵੀ ਲੋਕ, ਬੜੀਆਂ ਰਿੱਧੀਆਂ ਸਿੱਧੀਆਂ ਵਾਲੇ ਲੋਕ ਸਤਿਗੁਰੂ ਜੀ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਨਾਲ ਪ੍ਰਭਾਵਿਤ ਕਰਨਾ ਚਾਹੁੰਦੇ ਸਨ। ਪਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਕੌਣ ਪ੍ਰਭਾਵ ਪਾ ਸਕਦਾ ਹੈ? ਦੇਖੋ, ਦੁਨਿਆਵੀ ਤੌਰ ਤੇ ਤੁਸੀਂ ਜਿਸ ਬੰਨੇ ਵੀ ਯਤਨ ਕਰੋਗੇ, ਤੁਹਾਨੂੰ ਉਹਦੇ ਵਿੱਚ ਮਾਹਿਰ ਹੁੰਦੇ ਜਾਓਗੇ, ਕਾਬਲ ਹੁੰਦੇ ਜਾਓਗੇ ਉਹਦੇ ਵਿੱਚ। ਕੋਈ ਇੰਜੀਨੀਅਰ ਹੈ, ਉਹ ਇੰਜੀਨੀਅਰ ਦੀ ਲਾਈਨ 'ਚ ਬੜੀ ਤਰੱਕੀ ਕਰ ਜਾਂਦੇ ਨੇ ਕਈ ਲੋਕ। ਕੋਈ ਡਾਕਟਰ ਹੈ, ਬੜੇ ਬੜੇ ਇੰਟੈਲੀਜੈਂਟ ਡਾਕਟਰ ਨੇ ਦੁਨੀਆ 'ਚ ਬੈਠੇ ਹੋਏ, ਬਹੁਤ ਤਰੱਕੀ ਕਰ ਜਾਂਦੇ ਨੇ। ਕੋਈ ਵਪਾਰੀ ਹੈ, ਵਪਾਰ ਦੀ ਲਾਈਨ 'ਚ ਬੜੀ ਤਰੱਕੀ ਕਰ ਜਾਂਦਾ ਹੈ। ਬਿਲਕੁਲ ਇਸੇ ਤਰੀਕੇ ਦੇ ਨਾਲ ਪਰਮਾਤਮਾ ਨੇ ਜਿਹੜਾ ਜਗਤ ਬਣਾਇਆ, ਇਹ ਜਗਤ ਦੇ ਕੁਝ ਨਿਯਮ ਨੇ। ਇਹ ਆਪ ਹੁਦਰਾ ਕੁਝ ਨਹੀਂ ਹੈ। ਜੇ ਆਪ ਹੁਦਰਾ ਹੁੰਦਾ ਤੇ ਇਹ ਝੱਟ ਨੇ ਇਸ ਤੋਂ ਬੂਝ ਹੋ ਜਾਣਾ ਸੀ। ਇਹ ਕਿਸੇ ਸਿਸਟਮ 'ਚ ਹੈ, ਕਿਸੇ ਨਿਯਮ 'ਚ ਹੈ, ਕਿਸੇ ਰਜ਼ਾ 'ਚ ਹੈ, ਕਿਸੇ ਹੁਕਮ 'ਚ ਹੈ। ਧਰਮ ਦੀ ਦੁਨੀਆ 'ਚ ਰਿੱਧੀਆਂ ਸਿੱਧੀਆਂ ਦਾ ਬੜਾ ਜ਼ਿਕਰ ਹੈ, ਕਰਾਮਾਤਾਂ ਦਾ ਬੜਾ ਜ਼ਿਕਰ ਹੈ, ਤੇ ਅਸੀਂ ਬੜੀ ਜਲਦੀ ਉਹਦੇ ਤੋਂ ਪ੍ਰਭਾਵਿਤ ਹੁੰਦੇ ਹਾਂ। ਕਰਾਮਾਤ ਕਿਹਨੂੰ ਕਹਿੰਦੇ ਨੇ? ਕਰਾਮਾਤ ਦਾ ਅਰਥ ਹੁੰਦਾ ਕਿ ਜੋ ਆਮ ਲੋਕ ਨਹੀਂ ਕਰ ਸਕਦੇ, ਜੇ ਕਰਦੇ ਆਪਾਂ ਕਹਿੰਦੇ ਤੇ ਕਰਾਮਾਤ ਹੀ ਹੋ ਗਈ। ਜੋ ਆਮ ਲੋਕ ਨਹੀਂ ਕਰ ਸਕਦੇ ਉਹਨੂੰ ਕੋ ਕਰ ਦੇਵੇ, ਆਪਾਂ ਕਹਿੰਦੇ ਤੇ ਯਾਰ ਕਰਾਮਾਤ ਹੀ ਹੈ। ਇਹ ਸਾਡੇ ਵੱਸ ਦੀ ਗੱਲ ਨਹੀਂ, ਤੇ ਕੋਈ ਕਰਾਮਾਤ ਹੀ ਹੈ। ਜਿਵੇਂ ਹਿਪਨੋਟਾਈਜ਼ ਕਰਦੇ ਨੇ ਕੁਝ ਲੋਕ, ਮੈਸਰਿਜ਼ਮ ਹੈ, ਉਹ ਇਹ ਹੈ ਕਿ ਤੁਸੀਂ ਬੜੀ ਸਾਧਨਾ ਕਰਕੇ ਕਿਸੇ ਇੱਕ ਚੀਜ਼ ਤੇ ਧਿਆਨ ਧਰਦੇ ਧਰਦੇ ਤੁਹਾਡੇ ਅੰਦਰ ਕੁਝ ਸ਼ਕਤੀਆਂ ਆਉਂਦੀਆਂ ਨੇ। ਸ਼ਕਤੀਆਂ ਹਰ ਮਨੁੱਖ ਦੇ ਅੰਦਰ ਨੇ, ਸ਼ਕਤੀਆਂ ਹਰ ਮਨੁੱਖ ਦੇ ਅੰਦਰ ਬੈਠੀਆਂ ਨੇ। ਹਰ ਮਨੁੱਖ ਕੋ ਮਾਮੂਲੀ ਨਹੀਂ ਹੈ। ਹਰ ਮਨੁੱਖ ਦੇ ਅੰਦਰ ਉਹ ਤਾਕਤ ਹੈ ਜਿਹੜੀ ਬ੍ਰਹਿਮੰਡ ਦੇ ਅੰਦਰ ਹੈ। ਜੋ ਬ੍ਰਹਿਮੰਡੇ ਸੋਈ ਪਿੰਡ ਹੈ। ਜੋ ਬ੍ਰਹਿਮੰਡ ਅੰਦਰ ਰੱਬੀ ਤਾਕਤ ਵਰਤ ਰਹੀ ਹੈ, ਉਹ ਮਨੁੱਖ ਦੇ ਅੰਦਰ ਹੈ ਤਾਕਤ। ਦੇਖੋ, ਸੂਰਜ ਦੀਆਂ ਕਿਰਨਾਂ ਨੇ, ਆਪਾਂ ਆਮ ਤੋਂ ਵਿੱਚ ਬੈਠੀਏ ਕੁਝ ਨਹੀਂ ਵਿਗੜਦਾ ਸਾਡਾ, ਪਰ ਇੱਕ ਲੈਂਸ ਹੁੰਦਾ ਜਿਹਨੂੰ ਆਤਸ਼ੀ ਸ਼ੀਸ਼ਾ ਕਹਿੰਦੇ ਆ, ਉਹ ਲੈ ਕੇ ਰੱਖ ਦਿਓ,
ਉਹ ਸੂਰਜ ਦੀਆਂ ਕਿਰਨਾਂ ਇੱਕ ਥਾਂ ਤੇ ਕੇਂਦਰਿਤ ਹੁੰਦੀਆਂ ਨੇ, ਫਿਰ ਉਹਦੇ ਅੱਗੇ ਕਾਜ ਰੱਖੋ, ਕੱਪੜਾ ਰੱਖੋ, ਸੜ ਜਾਏਗਾ। ਉਹ ਕਿਰਨਾਂ ਇੰਨੀਆਂ ਬਲਵਾਨ ਹੁੰਦੀਆਂ ਨੇ, ਜਦੋਂ ਇਕੱਠੀਆਂ ਹੋ ਜਾਣ ਉਹ ਅੱਗ ਲਗਾ ਦਿੰਦੀਆਂ ਨੇ। ਸੂਰਜ ਦੀਆਂ ਕਿਰਨਾਂ 'ਚ ਇੰਨੀ ਤਾਕਤ ਹੈ, ਪਰ ਜਦੋਂ ਖਿੰਡੀਆਂ ਨੇ ਉਦੋਂ ਕੋਈ ਤਾਕਤ ਨਹੀਂ ਹੈ। ਮਨੁੱਖ ਦੇ ਮਨ ਅੰਦਰ ਵੀ ਬੜੀ ਤਗੜੀ ਸ਼ਕਤੀ ਹੈ। ਮਨੁੱਖ ਦਾ ਮਨ ਪਰਮਾਤਮਾ ਤੋਂ ਬਾਅਦ ਅਗਰ ਕੋਈ ਬਲਵਾਨ ਹੈ ਇਸ ਧਰਤੀ ਤੇ, ਮਨੁੱਖ ਦਾ ਮਨ ਹੈ। ਮਨੁੱਖ ਦੇ ਮਨ ਤੋਂ ਕੋਈ ਬਲਵਾਨ ਚੀਜ਼ ਨਹੀਂ ਇਸ ਧਰਤੀ ਤੇ। ਲੇਕਿਨ ਕਾਰਨ ਹੈ ਕਿ ਅਸੀਂ ਇੰਨੇ ਬਲਵਾਨ ਹੁੰਦਿਆਂ ਹੋਇਆਂ ਕਮਜ਼ੋਰ ਕਿਉਂ ਆ, ਦੁਖੀ ਕਿਉਂ ਆ, ਪਰੇਸ਼ਾਨ ਕਿਉਂ? ਕਿਉਂਕਿ ਸਾਡਾ ਮਨ ਟਿਕਦਾ ਹੀ ਨਹੀਂ। ਜਿਵੇਂ ਸੂਰਜ ਦੀਆਂ ਕਿਰਨਾਂ ਖਿਲਰੀਆਂ ਕੁਝ ਨਹੀਂ ਵਿਗਾੜਦੀਆਂ, ਇਕੱਠੀਆਂ ਹੋ ਜਾਣ ਤੇ ਉਹ ਸਾੜ ਦਿੰਦੀਆਂ ਨੇ ਜਿਹੜੀ ਚੀਜ਼ ਮੂਹਰੇ ਆ ਜਾਏ। ਬਹਾਰੀ ਆਪਣੇ ਝਾੜੂ ਹੈ ਘਰਾਂ 'ਚ ਪਏ ਹੋਏ, ਤੀਲਾਂ ਖਿਲਰੀਆਂ ਕਿਸੇ ਅਰਥ ਨਹੀਂ ਹੈ, ਇਕੱਠੀਆਂ ਹੋ ਜਾਣ ਤੇ ਉਹ ਕੂੜੇ ਨੂੰ ਬਾਹਰ ਕੱਢਣ ਦੇ ਸਮਰੱਥ ਨੇ। ਬਿਲਕੁਲ ਇਹਦੀਆਂ ਜਿਹੜੀਆਂ ਸਾਡੀਆਂ ਮਨ ਦੀਆਂ ਸ਼ਕਤੀਆਂ ਨੇ, ਉਹ ਜਦੋਂ ਖਿੱਲੀਆਂ ਰਹਿਣਗੀਆਂ, ਬਿਰਤੀ ਖਿਲਰੇਗੀ, ਆਪਾਂ ਕਿਸੇ ਅਰਥ ਨਹੀਂ। ਜਦੋਂ ਸਾਡੀ ਬਿਰਤੀ ਇੱਧਰ ਉੱਧਰ ਭਟਕੇਗੀ, ਆਪਾਂ ਬੇਚੈਨ ਹੋ ਜਾਂਦੇ, ਦੁਖੀ ਹੋ ਜਾਂਦੇ ਹਾਂ। ਜਿੰਨਾ ਜਿੰਨਾ ਅਸੀਂ ਉਹਨਾਂ ਬਿਰਤੀ ਨੂੰ ਇਕਾਗਰ ਕਰਦੇ ਜਾਵਾਂਗੇ, ਇੱਕ ਥਾਂ ਤੇ ਫੋਕਸ ਕਰਦੇ ਜਾਵਾਂਗੇ, ਕੇਂਦਰਿਤ ਕਰਦੇ ਜਾਵਾਂਗੇ, ਉਨਾ ਹੀ ਸਾਡੇ ਅੰਦਰੋਂ ਤਾਕਤਾਂ ਪ੍ਰਗਟ ਹੁੰਦੀਆਂ ਜਾਣਗੀਆਂ। ਤਾਕਤਾਂ ਅੰਦਰ ਨੇ, ਬਾਹਰ ਨਹੀਂ ਗਈਆਂ ਕਿ ਫਲਾਣੇ ਨੇ ਕਿਤੋਂ ਲੈ ਲਈਆਂ ਜਾਂ ਕਿਸੇ ਨੇ ਥਾਪੜਾ ਦਿੱਤਾ ਮਿਲ ਗਿਆ। ਏਦਾਂ ਕਿਤੇ ਨਹੀਂ ਮਿਲਦੀਆਂ ਤਾਕਤਾਂ। ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਜਿੰਨਾ ਜਿੰਨਾ ਤੁਸੀਂ ਅੰਦਰੋਂ ਆਪਣੇ ਧਿਆਨ ਨੂੰ ਕੇਂਦਰਿਤ ਕਰੀ ਜਾਓਗੇ, ਟਿਕਾਉਂਦੇ ਜਾਓਗੇ, ਉਹਨਾਂ ਤੁਸੀਂ ਅੰਦਰੋਂ ਬਲਵਾਨ ਹੁੰਦੇ ਜਾਓਗੇ, ਤਗੜੇ ਹੁੰਦੇ ਜਾਓਗੇ। ਇਸੇ ਤੇ ਹੀ ਆ ਜਿਹੜਾ ਹਿਪਨੋਟਾਈਜ਼, ਉਹ ਕਿਸੇ ਚੀਜ਼ ਤੇ ਅਭਿਆਸ ਕਰਦੇ ਨੇ ਤੇ ਉਹਨਾਂ 'ਚ ਇੱਕ ਤਾਕਤ ਆ ਜਾਂਦੀ ਕਿ ਉਹ ਲੋਕਾਂ ਨੂੰ ਆਪਣੇ ਮਗਰ ਲਗਾ ਲੈਂਦੇ ਨੇ। ਰੂਹਾਨੀਅਤ ਦੇ ਮਾਰਗ ਤੇ ਵੀ ਇਹੀ ਕੁਝ ਹੈ। ਜਿਉਂ-ਜਿਉਂ ਤੁਸੀਂ ਕੇਂਦਰਿਤ ਕਰੋਗੇ ਆਪਣੇ ਮਨ ਨੂੰ ਕਿਸੇ ਚੀਜ਼ ਤੇ, ਉਹ ਤਿਉਂ-ਤਿਉਂ ਤੁਸੀਂ ਬਲਵਾਨ ਹੋਵੋਗੇ। ਤੁਹਾਡੇ ਅੰਦਰ ਕੁਝ ਤਾਕਤਾਂ ਪ੍ਰਗਟ ਹੋਣਗੀਆਂ, ਜਿਨ੍ਹਾਂ ਤਾਕਤਾਂ ਨੂੰ ਰਿੱਧੀਆਂ ਸਿੱਧੀਆਂ ਦਾ ਨਾਮ ਦਿੱਤਾ ਗਿਆ। ਹੈਗੀਆਂ ਨੇ ਬਹੁਤ ਲੋਕਾਂ ਦੇ ਕੋਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਪਰ ਕਈ ਵਾਰੀ ਪਤਾ ਕੀ ਹੁੰਦਾ ਹੈ, ਦੁਨਿਆਵੀ ਤੌਰ ਤੇ ਕਿਸੇ ਕੋਲ ਬਹੁਤ ਤਾਕਤ ਆ ਜਾਏ, ਪੈਸਾ ਆ ਜਾਏ, ਰੁਤਬਾ ਆ ਜਾਏ ਤੇ ਹੰਕਾਰੀ ਹੋ ਜਾਂਦਾ, ਫਿਰ ਨੁਕਸਾਨ ਕਰਨ ਲੱਗ ਪੈਂਦਾ। ਅਧਿਆਤਮਿਕ ਮਾਰਗ ਵੀ ਇਹੀ ਕੁਝ ਹੁੰਦਾ ਹੈ। ਕੁਝ ਲੋਕ ਯਤਨ ਕਰਦੇ, ਉਹਨਾਂ ਕੋਲ ਰਿੱਧੀਆਂ ਸਿੱਧੀਆਂ ਆ ਗਈਆਂ ਤੇ ਫਿਰ ਉਹ ਲੋਕਾਂ ਨੂੰ ਮੱਥੇ ਟਿਕਾਉਣੇ ਸ਼ੁਰੂ ਕਰ ਦਿੰਦੇ ਨੇ, ਲੋਕਾਂ ਨੂੰ ਡਰਾਉਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦਾ ਆਪਣਾ ਨੁਕਸਾਨ ਹੁੰਦਾ, ਸਮਾਜ ਦਾ ਨੁਕਸਾਨ ਹੁੰਦਾ। ਔਰ ਇਸ ਬਿਰਤੀ ਨੇ ਲੋਕਾਂ ਦੇ ਮਨਾਂ ਅੰਦਰ ਧਰਮ ਦੇ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਇਸ ਬਿਰਤੀ ਨੇ ਆ ਪੂਜਾ ਕਰਾਉਣ ਦੀ, ਮੱਥੇ ਟਿਕਾਉਣ ਦੀ ਬਿਰਤੀ, ਲੋਕਾਂ ਦੇ ਕੋਲੋਂ ਧਰਮ ਦੇ ਨਾਂ ਤੇ ਕਈ ਤਰ੍ਹਾਂ ਦੀਆਂ ਚੀਜ਼ਾਂ ਲੈਣ ਦੀ, ਕਿਸੇ ਨੂੰ ਵਾਰ, ਕਿਸੇ ਨੂੰ ਸਰਾਫ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇੱਕ ਗੱਲ ਚਿੱਟੇ ਰੱਖਣਾ, ਰੱਬ ਦੇ ਕਾਨੂੰਨ ਨੂੰ ਕੋਈ ਕਰਾਮਾਤ ਨਹੀਂ ਬਦਲ ਸਕਦੀ। ਰੱਬ ਦੇ ਕਾਨੂੰਨ ਨੂੰ ਕੋਈ ਕਰਾਮਾਤ ਨਹੀਂ ਬਦਲ ਸਕਦੀ। ਅੱਜ ਤੱਕ ਬਦਲਿਆ ਕਿਸੇ ਦੀ ਮੌਤ ਨੂੰ ਕਿਸੇ ਨੇ ਬਦਲ ਸਕਦਾ? ਕੋਈ ਨਹੀਂ ਬਦਲ ਸਕਦਾ। ਉਹ ਕਰਾਮਾਤਾਂ ਵਾਲੇ ਵੀ ਮਰਦੇ ਨੇ, ਮੌਤ ਤੋਂ ਹੀ ਡਰਦੇ ਨੇ। ਰੱਬ ਦੀ ਨਿਯਮਾਵਲੀ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਹਾਂ, ਜਿੰਨਾ ਜਿੰਨਾ ਕੋਈ ਰੱਬ ਦੇ ਸਿਸਟਮ ਨੂੰ, ਕਾਨੂੰਨ ਨੂੰ ਸਮਝਦਾ ਜਾਂਦਾ, ਉਹਨਾਂ ਜੋਨਾ ਉਹ ਦੁਨੀਆ 'ਚ ਮਹਾਨ ਕੰਮ ਕਰਦਾ। ਡਾਕਟਰੀ ਲਾਈਨ 'ਚ ਰੱਬ ਦੇ ਕਾਨੂੰਨ ਨੂੰ, ਸਰੀਰ ਦੇ ਸਿਸਟਮ ਨੂੰ ਸਮਝਿਆ, ਕਿੰਨੀ ਤਰੱਕੀ ਕਰ ਗਿਆ ਮਨੁੱਖ। ਮੈਡੀਕਲ ਲਾਈਨ 'ਚ, ਇਸ ਤਰ੍ਹਾਂ ਇੰਜੀਨੀਅਰਿੰਗ ਦੇ ਲਾਈਨ 'ਚ ਜਾਂ ਕਿਸੇ ਵੀ ਲਾਈਨ 'ਚ ਜਿੰਨਾ ਜਿੰਨਾ ਕਾਨੂੰਨ ਦੇ ਨਿਯਮਾਂ ਨੂੰ, ਕੁਦਰਤ ਦੇ ਨਿਯਮਾਂ ਨੂੰ ਅਸੀਂ ਸਮਝਦੇ ਹਾਂ, ਉਹਨਾਂ ਅਸੀਂ ਜ਼ਿੰਦਗੀ 'ਚ ਮਹਾਨ ਕੰਮ ਕਰੀ ਚਲੇ ਜਾਂਦੇ ਹਾਂ। ਇਹ ਵੀ ਤਾਂ ਇੱਕ ਕਰਾਮਾਤ ਹੈ, ਹਵਾਈ ਜਹਾਜ਼ ਬਣਾ ਦੇਣਾ, ਇਹ ਕਰਾਮਾਤ ਹੀ ਹੈ। ਕੀ ਹੈ? ਹੋਰ ਜਿਹੜੀਆਂ ਗੱਲਾਂ ਬਹੁਤ ਵਾਪਰੀਆਂ ਸਾਡੇ ਆਲੇ ਦੁਆਲੇ, ਇਹ ਕਰਾਮਾਤ ਹੀ ਹੈ। ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਅਧਿਆਤਮਿਕ ਜੀਵਨ 'ਚ ਵੀ ਵਿਚਰੋਗੇ ਤੇ ਆਓ ਅਧਿਆਤਮਿਕ ਜੀਵਨ 'ਚ ਵਿਚਰਨਾ, ਤੁਹਾਡੇ ਅੰਦਰ ਕੁਝ ਤਾਕਤਾਂ ਹੁੰਦੀਆਂ ਨੇ। ਉਹ ਤਾਕਤਾਂ ਦੇ ਆਉਣ ਦੇ ਨਾਲ ਜੋ ਤੁਸੀਂ ਚਾਹੋ ਕਰ ਸਕਦੇ ਹੋ, ਇਹ 'ਚ ਕੋਈ ਸ਼ੱਕ ਨਹੀਂ, ਕਰ ਸਕਦੇ ਹੋ। ਲੇਕਿਨ ਜੋ ਚਾਹੋ ਕਰ ਸਕਣਾ ਜਿਹੜਾ, ਇਹ ਰੱਬ ਨੂੰ ਪ੍ਰਵਾਨ ਨਹੀਂ ਹੈ। ਜਦੋਂ ਤੁਸੀਂ ਉਹ ਕੁਝ ਕਰੋਗੇ, ਜਿੱਦਾਂ ਧਨ ਦਾ ਹੰਕਾਰ ਆ ਗਿਆ, ਜਿੱਦਾਂ ਤਾਕਤ ਦਾ ਹੰਕਾਰ ਆ ਗਿਆ, ਕਿਸੇ ਨੂੰ ਰਿੱਧੀਆਂ ਸਿੱਧੀਆਂ ਦਾ ਹੰਕਾਰ ਆ ਗਿਆ, ਬਰਾਬਰ ਹੀ ਹੈ ਸਭ ਕੁਝ। ਹੰਕਾਰ ਤਾਂ ਕਿਸੇ ਵੀ ਚੀਜ਼ ਦਾ ਮਾੜਾ ਹੈ, ਨੁਕਸਾਨਦਾਇਕ ਹੈ। ਗੁਰੂ ਘਰ 'ਚ ਇਹ ਨਹੀਂ ਕਿ ਰਿੱਧੀਆਂ ਸਿੱਧੀਆਂ ਦੀ ਗੱਲ ਨਹੀਂ ਹੈ। ਜਦੋਂ ਵੀ ਤੁਸੀਂ ਪ੍ਰਮਾਤਮਾ ਦੇ ਪਿਆਰ ਜੁੜੋਗੇ, ਅੰਦਰੋਂ ਬਲਵਾਨ ਬਣੋਗੇ। ਪਰ ਗੁਰਮਤ ਨੇ ਕਿਹਾ ਕਿ ਸਾਡੀ ਮੰਜ਼ਿਲ ਰਿੱਧੀਆਂ ਸਿੱਧੀਆਂ ਨਹੀਂ ਹੈ। ਸਾਡੀ ਮੰਜ਼ਿਲ ਰਿੱਧੀਆਂ ਸਿੱਧੀਆਂ ਨਹੀਂ, ਬਿਲਕੁਲ ਏਦਾਂ ਜਿਵੇਂ ਦੁਨਿਆਵੀ ਤੌਰ ਤੇ ਸਾਡੀ ਮੰਜ਼ਿਲ ਧਨ ਇਕੱਤਰ ਕਰਨਾ ਨਹੀਂ ਹੈ। ਸਾਡੀ ਮੰਜ਼ਿਲ ਤਾਂ ਧਨ ਵਰਤਦਿਆਂ ਜ਼ਿੰਦਗੀ ਦਾ ਸੁੱਖ ਮੰਨਣਾ ਹੈ, ਜ਼ਿੰਦਗੀ ਦੀ ਮੌਜ ਮੰਨਣਾ ਹੈ। ਜਦੋਂ ਧਨ ਇਕੱਤਰ ਕਰਨ ਵਾਲੇ ਬੰਨੇ ਤੁਸੀਂ ਲੱਗ ਜਾਓਗੇ, ਫਿਰ ਇੱਕ ਨਿਸ਼ਾਨਾ ਹੋਏਗਾ ਕਿ ਪੈਸਾ ਹੋਣਾ ਚਾਹੀਦਾ ਹੈ। ਫਿਰ ਪੈਸਾ ਕਿਵੇਂ ਆਉਂਦਾ, ਇਹ ਮਕਸਦ ਨਹੀਂ ਹੋਏਗਾ। ਬੰਦਾ ਧੱਕਾ ਵੀ ਕਰੇਗਾ, ਬੰਦਾ ਚੋਰੀ ਵੀ ਕਰੇਗਾ, ਹੇਰਾ ਫੇਰੀ ਵੀ ਕਰੇਗਾ, ਪੈਸਾ ਆ ਜਾਏਗਾ, ਪਰ ਜ਼ਿੰਦਗੀ 'ਚ ਸੁੱਖ ਤਾਂ ਨਾ ਮਿਲਿਆ। ਪੈਸਾ ਸੁੱਖ ਲਈ ਸੀ, ਪਰ ਸੁੱਖ ਆਪਣਾ ਵੀ ਨਾ ਰਿਹਾ ਤੇ ਲੋਕਾਂ ਦੇ ਬਰਬਾਦ ਕਰਨੇ ਸ਼ੁਰੂ ਕਰ ਦਿੱਤੇ। ਜ਼ਿੰਦਗੀ ਦੀ ਮੰਜ਼ਿਲ ਤੋਂ ਖੁੰਝ ਗਿਆ ਬੰਦਾ। ਪੈਸਾ ਮਾੜਾ ਨਹੀਂ ਹੈ, ਰਿੱਧੀਆਂ ਸਿੱਧੀਆਂ ਮਾੜੀਆਂ ਨਹੀਂ ਹੈ।
ਰਿਧੀਆਂ ਸਿੱਧੀਆਂ ਤੇ ਤੁਹਾਡੇ ਕੋ ਆਉਣੀਆਂ ਹੀ ਨੇ, ਜਿਉਂ-ਜਿਉਂ ਤੁਸੀਂ ਕੁਦਰਤ ਦੇ ਪਿਆਰ 'ਚ, ਪ੍ਰਭੂ ਦੇ ਪਿਆਰ 'ਚ ਅੰਦਰੋਂ ਕੇਂਦਰਿਤ ਹੁੰਦੇ ਜਾਓਗੇ। ਪਰ ਗੁਰਮਤਿ ਨੇ ਸਾਡੀ ਇਹ ਮੰਜ਼ਿਲ ਨਹੀਂ ਰੱਖੀ। ਗੁਰਬਾਣੀ ਕਹਿੰਦੀ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਸਵਾਦ ਨੇ। ਸਿੱਧ ਹੋਵਾਂ ਰਿੱਧ ਲਾਈ ਸਿੱਧ ਅਰਿੱਧ ਆਖਾਂ ਆਓ, ਗੋਤ ਪ੍ਰਗਟ ਹੋਏ ਬੈਸਾਂ ਲੋਕ ਰਾਖੇ ਪਾਓ, ਮਤ ਦੇਖ ਭੂਲਾਂ ਵਿਸਰੇ ਤੇਰਾ ਚੇਤਨਾ ਵੇ ਨਾ। ਸਾਡੀ ਮੰਜ਼ਿਲ ਤਾਂ ਪ੍ਰਮਾਤਮਾ 'ਚ ਲਿਵਲੀਨ ਹੋਣਾ ਹੈ। ਸਾਡੀ ਮੰਜ਼ਿਲ ਤਾਂ ਜ਼ਿੰਦਗੀ ਦਾ ਆਨੰਦ ਮਾਣਨਾ ਹੈ। ਸਾਡੀ ਮੰਜ਼ਿਲ ਤਾਂ ਸੰਸਾਰ ਨੂੰ ਸੁਖੀ ਬਣਾਉਣਾ ਹੈ, ਲੋਕਾਂ ਦੇ ਡਰ ਭਰਮ ਨੂੰ ਕੱਟਣਾ ਹੈ, ਲੋਕਾਂ ਨੂੰ ਰਿਧੀਆਂ ਸਿੱਧੀਆਂ ਦੇ ਨਾਂ ਤੇ ਡਰਾਉਣਾ ਗੁਰਮਤਿ ਦੀ ਮੰਜ਼ਿਲ ਨਹੀਂ ਹੈ। ਸਤਿਗੁਰੂ ਜੀ ਦੀ ਗੱਲਬਾਤ ਹੋ ਰਹੀ ਹੈ ਜੋਗੀਆਂ ਦੇ ਨਾਲ। ਜੋਗੀ ਬੜੀਆਂ ਰਿਧੀਆਂ ਸਿੱਧੀਆਂ ਰੱਖਦੇ, ਉਹਨਾਂ ਘਾਲਣਾ ਘਾਲੀਆਂ ਸਨ ਤੇ ਸਤਿਗੁਰੂ ਜੀ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਆਪਣੀਆਂ ਰਿਧੀਆਂ ਸਿੱਧੀਆਂ ਦੇ ਨਾਲ। ਹੁਣ ਰੂਹਾਨੀਅਤ ਦੇ ਪੱਖ ਤੋਂ ਗੁਰੂ ਸਾਹਿਬ ਤੋਂ ਅੱਗੇ ਕੌਣ ਵੱਧ ਸਕਦਾ ਹੈ? ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਹੁਣ ਸਤਿਗੁਰੂ ਜੀ ਨੂੰ ਤੇ ਇਹਨਾਂ ਦੀਆਂ ਸਾਰੀਆਂ ਗੱਲਾਂ ਐਵੇਂ ਆਉਂਦੀਆਂ ਨੇ ਜਿਵੇਂ ਬੱਚੇ ਨਹੀਂ ਤਿਤਲੀਆਂ ਦੇ ਮਗਰ ਭੱਜਦੇ, ਜਿਵੇਂ ਬੱਚੇ ਨਿੱਕੀ ਨਿੱਕੀਆਂ ਖੇਡਾਂ ਜੀਆਂ ਖੇਡਦੇ ਨੇ, ਇਹ ਬੱਚਿਆਂ ਵਾਲੀਆਂ ਨਜ਼ਰ ਆਈਆਂ। ਸਤਿਗੁਰੂ ਜੀ ਤੇ ਇਹਨਾਂ ਦਾ ਕੋਈ ਅਸਰ ਨਾ ਪਿਆ, ਸਤਿਗੁਰੂ ਜੀ ਦੇ ਗਿਆਨ ਅੱਗੇ ਇਹਨਾਂ ਨੂੰ ਝੁਕਣਾ ਪਿਆ। ਫਿਰ ਸਤਿਗੁਰੂ ਜੀ ਨੂੰ ਇੱਕ ਗੱਲ ਪੁੱਛਦੇ ਨੇ ਕਿ ਤੁਹਾਡੇ ਕੋਲ ਕਿਹੜੀ ਕਰਾਮਾਤ ਹੈ, ਸਾਨੂੰ ਵੀ ਦਿਖਾਓ। ਜਿੱਥੇ ਜਾਂਦੇ ਤੁਹਾਡੀ ਵਡਿਆਈ ਹੁੰਦੀ ਹੈ। ਗੁਰੂ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤਾਂ ਨਾਮ ਦੀ ਬਰਕਤ ਹੈ। ਨਾਮ ਪ੍ਰਮਾਤਮਾ ਦੀ ਉਹ ਪਾਵਰ, ਉਹ ਸ਼ਕਤੀ, ਉਹ ਪ੍ਰਮਾਤਮਾ ਦੀ ਕਲਾ, ਪ੍ਰਮਾਤਮਾ ਦਾ ਉਹ ਕਾਨੂੰਨ, ਪ੍ਰਮਾਤਮਾ ਦੀ ਉਹ ਰਜ਼ਾ, ਪ੍ਰਮਾਤਮਾ ਦਾ ਹੁਕਮ ਜਿਹਦੇ ਆਸਰੇ ਦੁਨੀਆ ਚੱਲ ਰਹੀ ਹੈ। ਗੁਰੂ ਸਾਹਿਬ ਜੀ ਨੂੰ ਇਹਨਾਂ ਨੇ ਸਵਾਲ ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਵੀ ਨਾਮ ਦਾ ਅੰਤ ਕੋਈ ਨਹੀਂ ਹੈ, ਨਾਮ ਦੇ ਵਿੱਚ ਜੁੜ ਕੇ ਤੇ ਆਪਾਂ ਆਨੰਦ ਮਾਣਨਾ ਹੈ। ਦੇਖੋ ਕਦੀ ਵੀ ਮਨੁੱਖ ਨੂੰ ਜ਼ਿੰਦਗੀ 'ਚ ਇਹ ਆਪਣਾ ਮਨੋਰਥ ਨਹੀਂ ਰੱਖਣਾ ਚਾਹੀਦਾ ਕਿ ਮੈਂ ਪ੍ਰਮਾਤਮਾ ਨੂੰ ਪਾ ਲੈਣਾ ਜਾਂ ਪ੍ਰਮਾਤਮਾ ਦਾ ਅੰਤ ਲੈ ਲੈਣਾ। ਇੱਥੇ ਆ ਕਿਸੇ ਭੁਲੇਖੇ 'ਚ ਪੈ ਜਾਣੇ ਆ। ਪਰਮਾਤਮਾ ਦਾ ਅੰਤ ਨਾ ਲਿਆ ਜਾ ਸਕਦਾ। ਤੁਸੀਂ ਪ੍ਰਕਿਰਤੀ ਦਾ ਅੰਤ ਪਾ ਲਓਗੇ ਕਿਤੇ, ਕੁਦਰਤ ਦਾ ਆਨੰਦ ਮਾਣ ਸਕਦੇ ਹੋ ਤੁਸੀਂ। ਮੱਛੀ ਪਾਣੀ 'ਚ ਤਰ ਕੇ ਆਨੰਦ ਮਾਣ ਸਕਦੀ ਹੈ, ਪੰਛੀ ਆਕਾਸ਼ 'ਚ ਉੱਡ ਕੇ ਆਨੰਦ ਮਾਣ ਸਕਦਾ ਹੈ, ਪਰ ਆਕਾਸ਼ ਦਾ ਅੰਤ ਨਹੀਂ ਪਾ ਸਕਦਾ। ਅਸੀਂ ਤਾਂ ਜ਼ਿੰਦਗੀ ਦਾ ਆਨੰਦ ਮਾਣਨਾ ਹੈ, ਅਸੀਂ ਤੇ ਪ੍ਰਮਾਤਮਾ 'ਚ ਲਿਵਲੀਨ ਹੋਣਾ। ਕਹਿੰਦੇ ਨੇ ਕੋਈ ਵਿਅਕਤੀ ਤੁਰਿਆ ਜਾ ਰਿਹਾ ਹੈ ਤੇ ਅੱਗੇ ਇੱਕ ਵਿਅਕਤੀ ਸਮੁੰਦਰ 'ਚੋਂ ਕੋਲਾ ਪਾਣੀ ਦਾ ਭਰਦਾ ਤੇ ਬਾਹਰ ਇੱਕ ਟੋਏ 'ਚ ਪਾਈ ਜਾਂਦਾ, ਭਰਦਾ ਬਾਹਰ ਪਾਈ ਜਾਂਦਾ। ਉਹ ਪੁੱਛਦਾ ਕੀ ਕਰਦਾ? ਕਹਿੰਦਾ ਸਮੁੰਦਰ ਖਾਲੀ ਕਰ ਦੇਣਾ। ਕਹਿੰਦਾ ਤੇਰੇ ਇਸ ਬਾਟੇ ਰਾਹੀਂ ਸਮੁੰਦਰ ਖਾਲੀ ਹੋ ਜਾਏਗਾ, ਤੇਰੇ ਬਾਟੇ ਸਮੁੰਦਰ ਆ ਜਾਏਗਾ। ਤੇ ਅੱਗੋਂ ਉਸ ਵਿਅਕਤੀ ਨੇ ਕਿਹਾ ਕਿ ਚੱਲ ਜੇ ਬਾਟੇ 'ਚ ਸਮੁੰਦਰ ਨਹੀਂ ਆਉਂਦਾ ਤੇ ਬਾਟਾ ਤੇ ਸਮੁੰਦਰ 'ਚ ਆ ਹੀ ਸਕਦਾ, ਵਗਾ ਕੇ ਬਾਟਾ ਸਮੁੰਦਰ ਸੁੱਟ ਦਿੱਤਾ। ਬੜਾ ਤਗੜਾ ਸਿਧਾਂਤ ਹੈ। ਅਸੀਂ ਆਪਣੀ ਅਕਲ 'ਚ ਕੁਦਰਤ ਨੂੰ ਨਹੀਂ ਬੰਦ ਕਰ ਸਕਦੇ, ਅਸੀਂ ਆਪਣੀ ਅਕਲ ਵਿੱਚ ਰੱਬ ਨੂੰ ਨਹੀਂ ਬੰਦ ਕਰ ਸਕਦੇ, ਮਤਲਬ ਰੱਬ 'ਚ ਲਿਵਲੀਨ ਤਾਂ ਹੋ ਸਕਦੇ ਹਾਂ, ਰੱਬ ਦਾ ਆਨੰਦ ਤਾਂ ਮਾਣ ਸਕਦੇ ਹਾਂ। ਜ਼ਿੰਦਗੀ ਦਾ ਮਕਸਦ ਰੱਬ 'ਚ ਲਿਵਲੀਨ ਹੋਣਾ ਹੈ, ਰੱਬ ਦਾ ਅੰਤ ਪਾਉਣਾ ਨਹੀਂ, ਰੱਬ ਨੂੰ ਪਾਉਣਾ ਨਹੀਂ ਹੈ। ਰੱਬ ਪਾਉਣਾ ਸਾਡੀ ਮੰਜ਼ਿਲ ਨਹੀਂ ਹੈ, ਸਾਡੀ ਮੰਜ਼ਿਲ ਰੱਬ 'ਚ ਲਿਵਲੀਨ ਹੋਣਾ ਹੈ। ਸਤਿਗੁਰੂ ਜੀ ਇਹਨਾਂ ਨੂੰ ਜੋ ਗਿਆਨ ਦੇ ਰਹੇ ਨੇ, ਜਦੋਂ ਇਹਨਾਂ ਕੀ ਕਰਾਮਾਤ ਕੀ ਹੈ, ਸਤਿਗੁਰੂ ਜੀ ਜੋ ਦੱਸ ਰਹੇ ਨੇ, ਆਓ ਗੁਰੂ ਕਾ ਇੱਕ ਸ਼ਬਦ ਅੱਗੇ ਅੰਕਿਤ ਉਹ ਸਰਵਣ ਕਰੀਏ, ਗੁਰੂ ਪਿਆਰ ਜੁੜੀਏ ਜੀ, ਮੁਖ ਤੋਂ ਉਚਾਰਨ ਕਰੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਕੀ ਵੱਡੀ ਵਡਿਆਈ, ਭੇਦ ਬਾਰਨੇ ਪਾਇਓ ਜਾਈ। ਸਤਿਗੁਰੂ ਜੀ ਕਹਿੰਦੇ ਕਿ ਪ੍ਰਮਾਤਮਾ ਦੇ ਪਿਆਰ 'ਚ ਜੁੜਨ ਦੇ ਲਈ ਗੁਰੂ ਦੇ ਗਿਆਨ ਦੀ ਲੋੜ ਹੈ। ਅਸੀਂ ਦੁਨਿਆਵੀ ਤੌਰ ਤੇ ਕੋਈ ਗਿਆਨ ਲੈਣਾ, ਕੋਈ ਆਮ ਬੰਦਾ ਡਾਕਟਰ ਵਾਲੇ ਔਜ਼ਾਰ ਲੈ ਕੇ ਬਹਿ ਜੇ, ਅਸੀਂ ਕਹਿੰਦੇ ਤੇ ਝੋਲਾ ਛਾਪ ਹੀ ਹੈ, ਇਹਨੇ ਕਿਸੇ ਦਾ ਗਿਆਨ ਕੀ ਕਰਨਾ। ਫਿਰ ਅਸੀਂ ਦੇਖਦੇ ਹਾਂ ਇਹ ਡਾਕਟਰ ਕਿੱਥੋਂ ਡਾਕਟਰੀ ਸਿੱਖ ਕੇ ਆਇਆ ਹੈ, ਕਿਹੜੇ ਮੈਡੀਕਲ ਕਾਲਜ ਪੜ੍ਹਿਆ ਹੈ, ਇਹਦਾ ਐਕਸਪੀਰੀਅੰਸ ਕੀ ਹੈ, ਇਹਦਾ ਤਜਰਬਾ ਕੀ ਹੈ। ਅਸੀਂ ਉਦੋਂ ਬਾਅਦ ਫਿਰ ਤੁਰਦੇ ਵੀ ਡਾਕਟਰ ਵਾਕਿਆ ਵਧੀਆ ਹੈ। ਇਹ ਦੁਨਿਆਵੀ ਤੌਰ ਤੇ ਕੁਝ ਕਰਨਾ ਹੋਏ, ਅਸੀਂ ਦੇਖਦੇ ਹਾਂ ਕਿਹੜੇ ਕਾਲਜ 'ਚੋਂ, ਕਿਹੜੇ ਯੂਨੀਵਰਸਿਟੀ 'ਚੋਂ, ਕਿਹੜੇ ਇੰਸਟੀਚਿਊਟ 'ਚੋਂ ਬੰਦਾ ਪੜ੍ਹ ਕੇ ਆਇਆ, ਇਹ ਸਿਆਣਾ ਹੋਏਗਾ ਨਾ। ਤੇ ਜੇ ਅਧਿਆਤਮਿਕ ਗਿਆਨ ਲੈਣਾ ਹੈ ਤਾਂ ਉਹਦੇ ਵੀ ਤੇ ਕਿਸੇ ਦੀ ਗਾਈਡੈਂਸ ਦੀ ਲੋੜ ਹੈ। ਅਫਸੋਸ ਇਹ ਹੈ ਕਿ ਜੇ ਤੇ ਲੈਣਾ ਦੁਨਿਆਵੀ ਨੌਲੇਜ, ਫਿਰ ਅਸੀਂ ਕਹਿੰਦੇ ਸਾਡਾ ਬੱਚਾ ਵਧੀਆ ਮੈਡੀਕਲ ਕਾਲਜ ਆਏ, ਵਧੀਆ ਇੰਜੀਨੀਅਰਿੰਗ ਕਾਲਜ ਆਏ, ਚੰਗੀ ਗੱਲ ਹੈ। ਲੇਕਿਨ ਜੇ ਉਹਦੀ ਧਰਮ ਦੀ ਗੱਲ, ਫਿਰ ਕਹਿੰਦੇ ਨਾ ਜੀ ਨਾ, ਸਾਨੂੰ ਕਿਸੇ ਪਾਸ ਸੁਖਣ ਦੀ ਲੋੜ ਨਹੀਂ, ਮਨ ਸਾਫ਼ ਹੀ ਹੈ। ਮਨ ਸਾਫ਼ ਹੋਣਾ ਚਾਹੀਦਾ, ਫਿਰ ਬੰਦੇ ਦਾ ਮਨ ਆਪਣੇ ਆਪ ਹੀ ਸਾਫ਼ ਹੋ ਜਾਂਦਾ। ਹਾਲਾਂਕਿ ਉਹਨੂੰ ਪਤਾ ਹੀ ਨਹੀਂ ਮਨ ਕੀ ਹੈ, ਮਨੁੱਖ ਨੂੰ ਪਤਾ ਹੀ ਨਹੀਂ ਮਨ ਕੀ ਹੈ, ਤੇ ਬੰਦੇ ਤਾਂ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ। ਕਿਸੇ ਦੀ ਗੱਲ ਸੁਣਨ ਦੀ ਲੋੜ ਹੀ ਨਹੀਂ ਹੈ, ਕਿਸੇ ਧਰਮ ਸਥਾਨ ਤੇ ਜਾਣ ਦੀ ਲੋੜ ਨਹੀਂ ਹੈ, ਕਿਸੇ ਜ਼ਿੰਦਗੀ 'ਚ ਗਾਈਡੈਂਸ ਲੈਣ ਦੀ ਲੋੜ ਨਹੀਂ ਹੈ ਜੀ, ਮਨ ਹੀ ਸਾਫ਼ ਹੋਣਾ ਚਾਹੀਦਾ। ਹੁਣ ਮਨ ਪਤਾ ਨਹੀਂ ਕਿੱਦਾਂ ਉਹਨਾਂ ਸਾਫ਼ ਕਰ ਲਿਆ, ਮਨ ਦਾ ਪਤਾ ਨਹੀਂ ਤੇ ਮਨ ਗੱਲੀ ਬਾਤੀ ਸਾਫ਼ ਕਰ ਲਿਆ। ਸਤਿਗੁਰੂ ਜੀ ਕਹਿੰਦੇ ਉੱਥੇ ਲੋੜ ਹੈ ਗੁਰੂ ਦੇ ਗਿਆਨ ਦੀ।
ਸਤਿਗੁਰੂ ਜੀ ਦਾ ਇੱਕ ਪਵਿੱਤਰ ਬਚਨ ਹੈ, ਕੁੰਭੇ ਬਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾ ਜ਼ਿੰਦਗੀ ਦਾ ਗਿਆਨ ਮਿਲ ਨਹੀਂ ਸਕਦਾ। ਗੁਰੂ ਤੋਂ ਬਿਨਾ ਅਸੀਂ ਅਧਿਆਤਮਿਕ ਤੌਰ ਤੇ ਉੱਚੇ ਨਹੀਂ ਉੱਠ ਸਕਦੇ। ਸਰੀਰਕ ਤੌਰ ਤੇ ਵਧਣ ਫੁੱਲਣ ਲਈ ਖੁਰਾਕ ਦੀ ਲੋੜ ਹੈ, ਮਾਨਸਿਕ ਤੌਰ ਤੇ ਬੌਧਿਕ ਤੌਰ ਤੇ ਵਧਣ ਦੀ ਚੰਗੇ ਲਿਟਰੇਚਰ ਦੀ ਲੋੜ ਹੈ, ਚੰਗੇ ਸਕੂਲ ਕਾਲਜ ਦੀ ਲੋੜ ਹੈ, ਚੰਗੇ ਅਧਿਆਪਕ ਦੀ ਲੋੜ ਹੈ। ਲੇਕਿਨ ਸਾਡਾ ਇੱਕ ਪੱਧਰ ਹੈ ਰੂਹਾਨੀਅਤ ਦਾ, ਆਤਮਿਕ ਜੀਵਨ ਦਾ। ਉਧਰੋਂ ਉੱਚੇ ਉੱਠਣਾ ਤੇ ਉਧਰ ਵੀ ਕਿਸੇ ਗਾਈਡੈਂਸ ਦੀ ਲੋੜ ਹੈ। ਉਹ ਗਾਈਡੈਂਸ ਕੋਈ ਪੂਰਾ ਪੁਰਖ ਦੇਵੇ ਤਾਂ ਪਤਾ ਲੱਗਦਾ। ਉਹਨੂੰ ਕਿਹਾ ਗੁਰੂ। ਗੁਰੂ ਦੀ ਬੜੀ ਵੱਡੀ ਵਡਿਆਈ ਹੈ ਜ਼ਿੰਦਗੀ ਅੰਦਰ, ਔਰ ਗੁਰੂ ਦਾ ਵੀ ਭੇਦ ਨਹੀਂ ਪਾਇਆ ਜਾ ਸਕਦਾ ਜਿਵੇਂ ਪ੍ਰਮਾਤਮਾ ਦਾ ਪਾਇਆ ਜਾਂਦਾ, ਨਹੀਂ ਪਾਇਆ ਜਾ ਸਕਦਾ। ਇਸ ਬਿਦ ਕਹਿ ਕਰ ਕਿਰਪਾ ਨਿਧਾਨਾ, 301 ਸ਼ਲੋਕ ਬਖਾਨਾ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਨੇ ਇਹ ਕਹਿ ਕੇ ਇੱਕ ਸ਼ਲੋਕ ਉੱਥੇ ਉਚਾਰਨ ਕੀਤਾ, ਇਹਨਾਂ ਨੂੰ ਸੁਣਾਇਆ ਹੈ। ਸ਼ਲੋਕ ਮਹੱਲਾ ਪਹਿਲਾ। ਪਹਿਰਾ ਅਗਨ ਹਿਵੈ ਗਰਬਾਦਾ, ਭੋਜਨ ਸਾਰ ਕਰਾਈ। ਰਿਧੀਆਂ ਸਿੱਧੀਆਂ ਦੀ ਗੱਲ ਕੀਤੀ ਹੈ। ਜਿਹੜੇ ਰਿਧੀਆਂ ਸਿੱਧੀਆਂ ਦਿਖਾਉਂਦੇ ਪਤਾ ਕੀ ਕਰਦੇ? ਉਹ ਦੇਖੋ ਜੀ ਬਲਦੀ ਅੱਗ 'ਚ ਬੈਠ ਗਿਆ, ਉਹ ਦੇਖੋ ਜੀ ਬਰਫ਼ 'ਚ ਬੈਠਾ ਹੋਇਆ, ਉਹ ਦੇਖੋ ਜੀ ਉੱਡ ਗਿਆ ਤਾਂ ਨੂੰ। ਸਾਡੇ ਸਾਹਮਣੇ ਦੇਖਦੇ ਦੇਖਦੇ ਉਹ ਤੇ ਲੋਹਾ ਹੀ ਖਾ ਗਿਆ ਜੀ। ਇਹ ਨੇ ਕੁਝ ਕੁ ਗੱਲਾਂ ਜਿਹੜੀਆਂ ਸ਼ਕਤੀਆਂ ਕੁਝ ਲੋਕਾਂ ਨੇ ਜ਼ਿੰਦਗੀ 'ਚ ਹਾਸਲ ਕੀਤੀਆਂ ਹੁੰਦੀਆਂ ਨੇ। ਕਰ ਸਕਦੇ ਨੇ ਲੋਕ, ਮਨੁੱਖ ਕਰ ਸਕਦਾ, ਕੋਈ ਵੱਡੀਆਂ ਗੱਲ ਨਹੀਂ, ਮਿਹਨਤ ਦੀ ਲੋੜ ਹੈ। ਸਤਿਗੁਰੂ ਜੀ ਉਹਨਾਂ ਦਾ ਜ਼ਿਕਰ ਕਰਦੇ ਨੇ, ਪਹਿਰਾ ਅਗਨ। ਮੈਂ ਇੰਨਾ ਸਮਰੱਥ ਹੋ ਜਾਵਾਂ ਜ਼ਿੰਦਗੀ 'ਚ ਕਿ ਅਗਨੀ ਦੇ ਬਸਤਰ ਬਿਨਾਂ ਅੱਗ 'ਚ ਬੈਠਾ ਰਵਾਂ, ਭਾਵ ਮੈਂ ਅੱਗ ਦੇ ਵਿੱਚ ਬੈਠਾ ਰਵਾਂ। ਹਿਵੇ ਘਰ ਬੰਦਾ, ਹਿਵੇ ਕਹਿੰਦੇ ਨੇ ਬਰਫ਼ ਨੂੰ, ਹਿਮ ਤੋਂ ਲਫ਼ਜ਼ ਬਣਿਆ ਹਿਵੇ। ਬਰਫ਼ ਦੇ ਘਰ 'ਚ ਬੈਠਾ ਰਵਾਂ, ਭਾਵੇਂ ਇੰਨਾ ਮੈਂ ਤਗੜਾ ਸਰੀਰਕ ਤੌਰ ਤੇ ਹੋ ਜਾਵਾਂ, ਮੇਰੇ ਸਮਰੱਥਾ ਆ ਜਾਏ, ਬਰਫ਼ 'ਚ ਬੈਠਾ ਰਵਾਂ, ਅੱਗ 'ਚ ਬੈਠਾ ਰਵਾਂ, ਲੋਹਾ ਖਾਣ ਦੇ ਸਮਰੱਥ ਹੋ ਜਾਵਾਂ। ਦੁਨੀਆ ਕਹੇ ਜੀ ਬੜੀ ਤਗੜੀ ਕਰਾਮਾਤ ਹੈ। ਆਮ ਬੰਦੇ ਦੇ ਸਾਹਮਣੇ ਕਰੋ, ਭੀੜਾਂ ਹੀ ਇਕੱਠੀਆਂ ਹੋ ਜਾਂਦੀਆਂ, ਦੇਖੋ ਜੀ ਇਹਦੇ ਲੋਹਾ ਹੀ ਖਾ ਗਿਆ, ਪਤਾ ਨਹੀਂ ਕਿੱਧਰ ਹੋ ਗਿਆ। ਇਹਨੂੰ ਕੋਈ ਬੜੀ ਵੱਡੀ ਗੱਲ ਸਮਝਦੇ ਨੇ ਲੋਕ, ਆਮ ਲੋਕਾਂ ਲਈ ਵੱਡੀ ਗੱਲ ਹੈ, ਆਮ ਲੋਕਾਂ ਲਈ ਇਹ ਕਰਾਮਾਤ ਹੈ। ਸਤਿਗੁਰੂ ਜੀ ਕਹਿੰਦੇ ਭਾਵੇਂ ਮੈਂ ਅੱਗ 'ਚ ਬੈਠ ਜਾਵਾਂ, ਭਾਵੇਂ ਬਰਫ਼ 'ਚ ਬੈਠ ਜਾਵਾਂ, ਇੰਨੀ ਤਾਕਤ ਆ ਜੇ ਮੈਂ ਲੋਹਾ ਹੀ ਖਾਈ ਚਲਿਆ ਜਾਵਾਂ। ਸਗਲੇ ਦੁਖ ਬਾਣੀ ਕਰ ਪੀਵਾ, ਧਰਤੀ ਖਾਕ ਚਲਾਈ। ਮੈਂ ਜ਼ਿੰਦਗੀ ਦੇ ਦੁੱਖਾਂ ਨੂੰ ਪਾਣੀ ਵਾਂਗੂ ਪੀ ਜਾ, ਜਿੰਨੇ ਮਰਜ਼ੀ ਦੁੱਖ ਹੋਣ ਤੇ ਮੈਂ ਘਬਰਾਵਾਂ ਨਾ, ਦੁੱਖਾਂ ਨੂੰ ਪਾਣੀ ਵਾਂਗੂ ਪੀ ਜਾਵਾਂ, ਜਰ ਜਾਵਾਂ। ਧਰਤੀ ਹਾਕ ਚਲਾਈ, ਮੇਰੇ 'ਚ ਇੰਨੀ ਸਮਰੱਥਾ ਆ ਜਾਏ ਕਿ ਧਰਤੀ ਨੂੰ ਮੈਂ ਆਪਣੀ ਮਰਜ਼ੀ ਨਾਲ ਚਲਾਉਣਾ ਸ਼ੁਰੂ ਕਰ ਦੇਵਾਂ। ਆ ਸੁਣਦੇ ਨਾ ਕਹਾਣੀਆਂ, ਕੰਧ ਦੇ ਚੜਿਆ ਕੰਧ ਭੱਜ ਗਈ, ਉਹ ਕੋਠੇ ਤੇ ਚੜਿਆ ਕੋਠਾ ਭੱਜ ਗਿਆ, ਬੜੀਆਂ ਕਰਾਮਾਤਕ ਸ਼ਕਤੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ। ਸਤਿਗੁਰੂ ਜੀ ਕਹਿੰਦੇ ਕੰਧ ਤੇ ਕੋਠਾ ਤੇ ਮਾਮੂਲੀ ਗੱਲ ਹੈ, ਧਰਤੀ ਨੂੰ ਮੈਂ ਚਲਾ ਲਵਾਂ ਹਿੱਕ ਕੇ, ਜਿਵੇਂ ਬਲਦਾਂ ਨੂੰ ਨਹੀਂ ਹਿੱਕੀਦਾ, ਇਵੇਂ ਮੈਂ ਧਰਤੀ ਨੂੰ ਚਲਾ ਲਵਾਂ। ਇੰਨੀ ਸਮਰੱਥਾ ਮੇਰੇ 'ਚ ਭਾਵੇਂ ਆ ਵੀ ਜਾਏ। ਧਰਤਾ ਰਾਜੀ ਅੰਬਰ ਤੋਲੀ, ਪਿੱਛੇ ਟੰਕ ਚੜਾਈ। ਅੰਬਰ ਮੈਣਾ ਆਕਾਸ਼। ਹੁਣ ਇਹ ਰਿਧੀਆਂ ਸਿੱਧੀਆਂ ਵਾਲੇ ਲੋਕਾਂ ਦੀਆਂ ਕਲਪਨਾ ਨੇ, ਜਾਂ ਉਹ ਕੁਝ ਕਰਨਾ ਚਾਹੁੰਦੇ ਨੇ। ਸਤਿਗੁਰੂ ਜੀ ਦੀ ਬਾਣੀ ਨੂੰ ਜਦੋਂ ਸਮਝਣਾ ਹੋਏ ਨਾ, ਜਿੱਥੇ ਸ਼ਲੋਕ ਹੈ ਉਹਦੀ ਆਖਰੀ ਲਾਈਨ ਤੇ ਪਹੁੰਚਣਾ, ਫਿਰ ਪਤਾ ਲੱਗੇਗਾ ਕਿ ਸਤਿਗੁਰੂ ਜੀ ਕਹਿਣਾ ਚਾਹੁੰਦੇ, ਕੀ ਕਹਿਣਾ ਚਾਹੁੰਦੇ ਨੇ, ਇਸ ਸ਼ਲੋਕ ਦਾ ਮੈਸੇਜ ਕੀ ਹੈ। ਇਹ ਅਜੇ ਸਤਿਗੁਰੂ ਜੀ ਆਲੇ ਦੁਆਲੇ ਦੀ ਚਰਚਾ ਕਰ ਰਹੇ ਨੇ, ਰਿਧੀਆਂ ਸਿੱਧੀਆਂ ਵਾਲਿਆਂ ਦੀ। ਕਹਿਣ ਲੱਗੇ ਜਿਹੜਾ ਆਕਾਸ਼ ਹੈ ਇਹਨੂੰ ਮੈਂ ਤੱਕੜੀ 'ਚ ਰੱਖ ਕੇ ਤੋਲ ਲਵਾਂ, ਇੰਨਾ ਸਮਰੱਥ ਹੋ ਜਾਵਾਂ, ਪਿੱਛੇ ਟੰਗ ਪਾਸਕੂ ਵਾਂਗੂ ਰੱਖ ਲਵਾਂ ਆਕਾਸ਼ ਨੂੰ। ਇਹ ਵਡੋਦਾ ਮਾਵਾ ਨਹੀਂ, ਸਭ ਸੇ ਨੱਥ ਚਲਾਈ। ਏਡਾ ਵੱਧ ਜਾਵਾਂ, ਸਰੀਰ ਨੂੰ ਏਡਾ ਵੱਡਾ ਕਰ ਲਵਾਂ। ਆ ਸੁਣਦੇ ਨਹੀਂ ਜੀ, ਉਹ ਫਲਾਣਾ ਸੰਤ ਸੀ, ਉਹਦੀ ਜੀ ਲੱਤ ਕਿਤੇ ਪਈ ਹੈ, ਬਾਂਹ ਕਿਤੇ ਪਈ ਹੈ, ਸਿਰ ਕਿਤੇ ਪਿਆ, ਅਗਲੇ ਦਿਨ ਦੇਖੋ ਫਲਾਣੇ ਥਾਂ ਤੁਰਿਆ ਜਾਂਦਾ ਸੀ। ਇਹ ਕੁਝ ਕਰਦੇ ਨੇ ਧਰਮ ਦੀ ਦੁਨੀਆ 'ਚ ਲੋਕਾਂ ਨੂੰ ਪ੍ਰਭਾਵਿਤ ਕਰਨ ਲਈ ਲੋਕ। ਇਹ ਕੋਈ ਜ਼ਿੰਦਗੀ ਦਾ ਸੁੱਖ ਮੰਨਣ ਦਾ ਤਰੀਕਾ ਨਹੀਂ ਹੈ, ਜ਼ਿੰਦਗੀ ਦੀ ਸਫਲਤਾ ਨਹੀਂ ਹੈ। ਇਹ ਨਾਟਕ ਚੇਟਕ ਨੇ। ਗੁਰਬਾਣੀ ਦਾ ਇੱਕ ਮਕਸਦ ਕਿ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕੇ ਆਵਤ ਲਾਜਾ। ਹੁਣ ਤੁਸੀਂ ਦੱਸੋ, ਜਿਹਦੀ ਲੱਤ ਉੱਥੇ ਪਈ, ਸਿਰ ਉੱਥੇ ਪਿਆ, ਉਹਨੇ ਸਮਾਜ ਦਾ ਕੀ ਸਵਾਰਿਆ ਜੀ? ਉਹਦੇ ਕਾਰਨ ਨਾਲ ਭੁੱਖਿਆਂ ਨੂੰ ਰੋਟੀ ਮਿਲ ਗਈ, ਉਹਦੇ ਕਾਰਨ ਨਾਲ ਜਿਹੜੇ ਗਲਤ ਪਾਸੇ ਲੋਕ ਪਏ ਉਹਨੂੰ ਚੰਗੇ ਪਾਸੇ ਲੱਗ ਗਏ। ਹੁਣ ਜਿਹੜਾ ਬੰਦਾ ਕਹਿੰਦਾ ਜੀ ਮੈਂ ਕੰਧ ਭਜਾ ਸਕਦਾ ਹਾਂ, ਮੈਂ ਕੋਠੇ ਨੂੰ ਭਜਾ ਸਕਦਾ, ਮੈਂ ਆਕਾਸ਼ ਏਡਾ ਕਰ ਲਏ, ਪਰ ਉਹਦੇ ਨਾਲ ਸਮਾਜ ਨੂੰ ਕੀ ਮਿਲਿਆ? ਮੈਂ ਬੇਨਤੀ ਕੀਤੀ, ਮਨੁੱਖ ਇਕਾਂਗੀ ਨਹੀਂ ਹੈ। ਮਨੁੱਖ ਦਾ ਪਰਿਵਾਰ ਨਾਲ ਸੰਬੰਧ ਹੈ, ਮਨੁੱਖ ਦਾ ਸਮਾਜ ਨਾਲ ਸੰਬੰਧ ਹੈ, ਮਨੁੱਖ ਦਾ ਮੁਲਕ ਨਾਲ ਸੰਬੰਧ ਹੈ, ਮਨੁੱਖ ਦਾ ਸੰਸਾਰ ਨਾਲ ਸੰਬੰਧ ਹੈ। ਗੁਰੂ ਨਾਨਕ ਸਾਹਿਬ ਜੀ ਵੱਡੇ ਕਿਉਂ ਕਹੇ ਜਾਂਦੇ ਨੇ?
ਗੁਰਮਤ ਕਿਸੇ ਵੀ ਰਹਿਬਰ ਨੂੰ ਨੀਵਾਂ ਨਹੀਂ ਦਰਸਾਉਂਦੀ, ਹਰ ਮਨੁੱਖ ਦਾ, ਹਰ ਵਿਅਕਤੀ ਦਾ ਪੂਰਨ ਸਤਿਕਾਰ ਕਰਦੀ। ਗੁਰੂ ਨਾਨਕ ਸਾਹਿਬ ਦਾ ਇਹ ਵਚਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਅਸੀਂ ਜਦੋਂ ਕਹਿੰਦੇ ਨਾ ਕਿ ਗੁਰੂ ਨਾਨਕ ਸਾਹਿਬ ਵੱਡੇ ਨੇ, ਉਹਦਾ ਇਹ ਅਰਥ ਨਹੀਂ ਹੈ ਕਿ ਅਸੀਂ ਦੂਜਿਆਂ ਨੂੰ ਛੋਟੇ ਕਹਿੰਦੇ ਹਾਂ। ਉਹਦਾ ਮਕਸਦ ਇਹ ਹੈ, ਕਹਿਣ ਦਾ ਭਾਵ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਬੜੀ ਵੱਡੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਸੋਚ ਦੇਖੋ, ਸਿੱਧ ਕਹਿੰਦੇ ਸਾਡੇ ਪੰਥ ਚਾ ਜੋ ਬਾਬਾ ਨਾਨਕ ਜੀ ਕਹਿੰਦੇ ਆਈ ਪੰਥੀ ਸਗਲ ਜਮਾਤੀ, ਸਾਰੀ ਦੁਨੀਆ ਹੀ ਸਾਡਾ ਪੰਥ ਹੈ, ਤੂੰ ਆਪਣੇ ਪੰਥ ਦੀ ਗੱਲ ਕਰਦਾ ਹੈ। ਬਾਬਾ ਨਾਨਕ ਜੀ ਦਾ ਦਿਲ ਬੜਾ ਵੱਡਾ ਹੈ, ਬਾਬਾ ਨਾਨਕ ਜੀ ਦਾ ਮਿਸ਼ਨ ਬੜਾ ਵੱਡਾ ਹੈ। ਬਾਬਾ ਨਾਨਕ ਜੀ ਦਾ ਮਿਸ਼ਨ ਕੋ ਵੱਖਰਾ ਫਿਰਕਾ ਕਾਇਮ ਕਰਨ ਤੋਂ ਨਹੀਂ। ਜਿਹੜੇ ਲੋਕ ਸਿੱਖੀ ਸਿਧਾਂਤ ਨੂੰ, ਫਿਲਾਸਫੀ ਨੂੰ ਨਹੀਂ ਸਮਝਦੇ, ਉਹ ਕਹਿੰਦੇ ਜੀ ਸਿੱਖ ਜਿਹੜੇ ਨੇ ਇੱਕ ਨਾ ਵੱਖਰਾ ਧਰਮ ਹੈ, ਵੱਖਰਾ ਧਰਮ। ਸਿੱਖ ਵੱਖਰਾ ਧਰਮ ਨਹੀਂ ਹੈ, ਸਿੱਖ ਨਿਰਾਲਾ ਧਰਮ ਹੈ। ਨਿਰਾਲੇ 'ਚ ਵੱਖਰੇ 'ਚ ਬਹੁਤ ਫਰਕ ਹੁੰਦਾ ਹੈ। ਇਹਨੂੰ ਬੈਠ ਕੇ ਸੋਚਿਓ, ਨਿਰਾਲਾ ਤੇ ਵੱਖਰਾ। ਵੱਖਰਾ ਹੁੰਦਾ ਕਿ ਤੇਰਾ ਆਹ ਇਲਾਕਾ ਹੈ, ਮੇਰਾ ਆਹ ਇਲਾਕਾ ਹੈ, ਤੇਰਾ ਆਹ ਰਸਤਾ ਹੈ, ਮੇਰਾ ਇਹ, ਇਹਨੂੰ ਕਹਿੰਦੇ ਨੇ ਵੱਖਰਾ। ਤੇ ਨਿਰਾਲੇ ਦਾ ਅਰਥ ਹੁੰਦਾ ਰਹਿਣਾ ਸਾਰਿਆਂ 'ਚ, ਪਰ ਰਹਿਣਾ ਵੱਖਰੇ ਕਰਮ, ਇੱਕ ਨਿਰਾਲੇ ਕਰਮ ਕਰਨੇ। ਰਹਿਣਾ ਸਾਰਿਆਂ 'ਚ, ਜਿਵੇਂ ਸ਼ੇਰ ਨਹੀਂ ਰਹਿੰਦਾ ਜੰਗਲ 'ਚ, ਉਹਦਾ ਇੱਕ ਨਿਰਾਲਾਪਣ ਹੈ, ਉਹ ਵੱਖਰਾ ਨਹੀਂ ਰਹਿੰਦਾ, ਰਹਿੰਦਾ ਜੰਗਲ 'ਚ, ਪਰ ਉਹਦਾ ਇੱਕ ਨਿਰਾਲਾ ਕੰਮ ਹੈ। ਗੁਰਮਤ ਦਾ ਮਾਰਗ ਨਿਰਾਲਾ ਹੈ। ਗੁਰਮਤ ਦਾ ਮਾਰਗ ਦੁਨੀਆ ਤੋਂ ਵੱਖਰਾ ਨਹੀਂ ਹੈ, ਦੁਨੀਆ ਤੋਂ ਅਲੱਗ ਹੋਣ ਵਾਲਾ ਨਹੀਂ ਕਿ ਅਸੀਂ ਇਹਨਾਂ ਤੋਂ ਵੱਖਰੇ ਹੋ ਕੇ ਬੈਠਣਾ, ਇਹ ਸਾਡੇ ਤੋਂ ਵੱਖਰੇ ਹੋ ਜਾਣੇ। ਗੁਰਮਤ ਦਾ ਮਾਰਗ ਨਹੀਂ। ਇਹ ਕੁਝ ਲੋਕ ਬਦੋ-ਬਦੀ ਸਾਡੇ ਮੂੰਹ 'ਚ ਗੱਲ ਪਾਉਣਾ ਚਾਹੁੰਦੇ ਨੇ, ਤੇ ਕੁਝ ਅਸੀਂ ਨਾ ਸਮਝ ਦੇ ਵਿੱਚ ਵੀ ਕਹਿੰਦੇ ਜੀ ਅਸੀਂ ਤਾਂ ਵੱਖਰੇ ਹਾਂ ਤੁਹਾਡੇ ਨਾਲੋਂ। ਵੱਖਰੇ ਨਹੀਂ ਅਸੀਂ ਕਦੀ ਵੀ ਦੁਨੀਆ ਨਾਲੋਂ। ਵੱਖਰੇ ਜੇ ਬਾਬਾ ਨਾਨਕ ਜੀ ਨੇ ਹੋਣਾ ਹੁੰਦਾ ਤੇ ਹਰਿਦੁਆਰ ਜਾਣ ਦੀ ਕੀ ਲੋੜ ਸੀ ਬਾਬਾ ਜੀ ਨੂੰ? ਮੱਕੇ ਜਾਣ ਦੀ ਕੀ ਲੋੜ ਸੀ ਬਾਬਾ ਜੀ ਨੂੰ? ਬਾਬਾ ਜੀ ਨੇ ਕਿੰਨੇ ਮੁਲਕ ਫਿਰੇ, ਕਿੰਨੇ ਲੋਕਾਂ ਨੂੰ ਮਿਲੇ, 3 ਕਰੋੜ ਲੋਕਾਂ ਤੱਕ ਸਤਿਗੁਰੂ ਜੀ ਦੀ ਪਹੁੰਚ ਹੋਈ। ਕੀ ਲੋੜ ਪਈ ਸੀ? ਉਹ ਤੇ ਆਪਣੇ ਘਰ 'ਚ ਹੀ ਰਹਿ ਸਕਦੇ, ਕੁਝ ਆਲੇ ਦੁਆਲੇ ਨੂੰ ਸਵਾਰ ਕੇ ਵਧੀਆ ਬੈਠ ਸਕਦੇ ਸੀ। ਬੜੇ ਸ਼ਰਧਾਲੂ ਸਨ ਉਹਨਾਂ ਦੇ। ਬਾਬਾ ਨਾਨਕ ਜੀ ਦਾ ਇੱਕ ਨਿਰਾਲਾਪਣ ਹੈ। ਨਿਰਾਲਾ ਦਾ ਅਰਥ ਹੁੰਦਾ ਹੈ ਕਿ ਦੁਨੀਆ ਤੋਂ ਅਦਭੁਤ ਜੀ ਗੱਲ ਕਰਨੀ, ਰਹਿਣਾ ਦੁਨੀਆ 'ਚ। ਕਮਲ ਪਾਣੀ ਤੋਂ ਵੱਖਰਾ ਨਹੀਂ ਰਹਿੰਦਾ, ਪਾਣੀ 'ਚ ਰਹਿੰਦਾ ਵੀ ਪਾਣੀ ਤੋਂ ਨਿਰਲੇਪ ਰਹਿੰਦਾ। ਗੁਰਮਤ ਦਾ ਪੰਥ ਨਿਰਾਲਾ ਪੰਥ ਹੈ। ਔਰ ਸਤਿਗੁਰੂ ਜੀ ਨੇ ਕਿਹਾ ਸੀ ਰਹਿਣਾ ਦੁਨੀਆ 'ਚ, ਰਹਿਣਾ ਲੋਕਾਂ 'ਚ, ਪਰ ਰਹਿਣਾ ਨਿਰਾਲੇ ਹੈ। ਨਿਰਾਲੇ ਦਾ ਅਰਥ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਨਿਰਾਲੇਪਣ ਨੂੰ ਤਿਆਗਣਾ ਨਹੀਂ। ਇਹ ਨਹੀਂ ਕਿ ਜੋ ਦੁਨੀਆ ਕਰਦੀ ਆਪਾਂ ਵੀ ਕਰੀ ਚਲੀ ਜਾਈਏ, ਭੀੜ ਮਗਰ ਲੱਗ ਜਾਈਏ। ਭੀੜ ਮਗਰ ਚੱਲਣ ਲਈ ਨਹੀਂ ਅਸੀਂ ਆਏ। ਅਸੀਂ ਤੇ ਲੋਕਾਂ ਦਾ ਮਾਰਗਦਰਸ਼ਨ ਬਣਨਾ ਹੈ। ਅਸੀਂ ਤੇ ਲੋਕਾਂ ਲਈ ਰੋਲ ਮਾਡਲ ਬਣਨਾ ਹੈ ਕਿ ਮਨੁੱਖ ਕਿਹੋ ਜਿਹਾ ਹੋਣਾ ਚਾਹੀਦਾ ਹੈ। ਮਨੁੱਖ ਇਹੋ ਜਿਹਾ ਹੋਣਾ ਚਾਹੀਦਾ ਹੈ ਕਿ ਕੋਈ ਭੁੱਖਾ ਰਹਿ ਰਿਹਾ ਤੇ ਉਹਨੂੰ ਰੋਟੀ ਅਸੀਂ ਖਵਾਈਏ। ਇਹ ਸਾਡਾ ਨਿਰਾਲਾਪਣ ਹੈ। ਤੁਸੀਂ ਦੇਖ ਲਿਆ ਨਿਰਾਲਾਪਣ। ਮਹਾਮਾਰੀ ਆਈ ਸੀ ਸਾਰੀ ਦੁਨੀਆ 'ਚ। ਬਹੁਤ ਲੋਕ ਨੇ ਜਿਹੜੇ ਕਹਿੰਦੇ ਜੀ ਸਾਡਾ ਧਰਮ ਬੜਾ ਵੱਡਾ ਹੈ, ਅਸੀਂ ਬਾਕੀ ਧਰਮਾਂ ਨੂੰ ਖਤਮ ਕਰ ਦੇਵਾਂਗੇ, ਅਸੀਂ ਜੇ ਕਰ ਦੇਵਾਂਗੇ। ਬੜੇ ਮੂਰਖ ਲੋਕ ਲੋੜਾ ਪਾਉਣ ਵਾਲੇ ਤੁਹਾਡੇ ਆਲੇ ਦੁਆਲੇ ਬੈਠੇ ਨੇ। ਪਰ ਮੈਂ ਬੇਨਤੀ ਕਰਾਂ, ਇਹ ਉਹਨਾਂ ਦੀਆਂ ਸਿਰਫ ਬੱਚਿਆਂ ਵਾਲੀਆਂ ਗੱਲਾਂ ਨੇ। ਇਹ ਨੇ ਬੱਚਿਆਂ ਵਾਲੀਆਂ ਗੱਲਾਂ। ਧਰਤੀ ਤੇ ਉਹ ਕੁਝ ਹੁੰਦਾ ਹੈ ਜੋ ਪ੍ਰਮਾਤਮਾ ਨੂੰ ਪ੍ਰਵਾਨ ਹੈ। ਧਰਤੀ ਤੇ ਉਹ ਕੁਝ ਹੁੰਦਾ ਹੈ ਜੋ ਕੁਦਰਤ ਨੂੰ ਪ੍ਰਵਾਨ ਹੈ। ਤੇ ਕੁਦਰਤ ਨੂੰ ਇੱਕ ਗੱਲ ਪ੍ਰਵਾਨ ਹੈ, ਕੁਦਰਤ ਜਿਹੜੀ ਹੈ ਉਹ ਸਰਬ ਸਾਂਝੀ ਹੈ। ਕੁਦਰਤ ਸਰਬ ਸਾਂਝੀ, ਕੁਦਰਤ ਦਾ ਸਭ ਕੁਝ ਸਰਬ ਸਾਂਝਾ ਹੈ। ਜਦੋਂ ਕੋਈ ਧਰਮ ਦੇ ਨਾਂ ਤੇ ਆਪਣੇਪਣ ਦੀ ਗੱਲ ਕਰੇਗਾ, ਜਦੋਂ ਕੋਈ ਧਰਮ ਦੇ ਨਾਂ ਤੇ ਵੱਖਰੇਪਣ ਦੀ ਗੱਲ ਕਰੇਗਾ, ਉਦੋਂ ਉਹ ਧਰਮੀ ਰਹਿ ਹੀ ਨਹੀਂ ਜਾਂਦਾ। ਧਰਮ ਹੈ ਸਮੁੱਚੀ ਮਾਨਵਤਾ ਨੂੰ ਇਕੱਠਿਆਂ ਕਰਨਾ। ਧਰਮ ਦਾ ਮਕਸਦ ਹੈ ਮਨੁੱਖ ਨੂੰ ਮਨੁੱਖ ਨਾਲ ਜੋੜਨਾ, ਮਨੁੱਖ ਨੂੰ ਪ੍ਰਮਾਤਮਾ ਨਾਲ ਜੋੜਨਾ। ਧਰਮ ਦੇ ਅਰਥ ਇਹ ਨੇ ਮਨੁੱਖ ਨੂੰ ਮਨੁੱਖ ਨਾਲ ਜੋੜਨਾ, ਮਨੁੱਖਤਾ 'ਚ ਪਿਆਰ ਪੈਦਾ ਕਰਨਾ, ਮਨੁੱਖਤਾ 'ਚ ਬਰਾਬਰਤਾ ਪੈਦਾ ਕਰਨੀ, ਔਰ ਮਨੁੱਖਤਾ ਨੂੰ ਪ੍ਰਮਾਤਮਾ ਦੇ ਨਾਲ ਜੋੜਨਾ। ਗੁਰੂ ਨਾਨਕ ਸਾਹਿਬ ਜੀ ਦਾ ਮਿਸ਼ਨ ਹੈ ਮਨੁੱਖ ਨੂੰ ਮਨੁੱਖ ਨਾਲ ਜੋੜਨਾ। ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਕਿ ਸਿੱਖ ਵੱਖਰੇ ਹੋ ਜਾਣ, ਕਿਤੇ ਨਹੀਂ ਕਿਹਾ ਸਤਿਗੁਰੂ ਜੀ ਨੇ। ਸਤਿਗੁਰੂ ਜੀ ਨੇ ਤੇ ਦੇਖੋ ਨਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਲਿਆ। ਮਰਦਾਨਾ ਮੁਸਲਮਾਨ ਹੈ। ਸਤਿਗੁਰੂ ਜੀ ਨਾਲ ਮੀਆਂ ਮੀਰ ਜੀ ਬੜੇ ਪਿਆਰ ਨਾਲ ਤੁਰਦੇ ਨੇ। ਸਤਿਗੁਰੂ ਜੀ ਨਾਲ ਪੀਰ ਬੁੱਧੂ ਸ਼ਾਹ ਤੁਰ ਰਿਹਾ, ਪੰਡਤ ਸ਼ਿਵਦੱਤ ਤੁਰ ਰਿਹਾ। ਸਤਿਗੁਰੂ ਜੀ ਨੇ ਕਿਤੇ ਨਹੀਂ ਕਿਹਾ ਤੁਸੀਂ ਵੱਖਰੇ ਹੋ ਜਾਓ, ਅਸੀਂ ਵੱਖਰੇ ਹਾਂ। ਇਹ ਗੁਰਮਤ ਦਾ ਮਾਰਗ ਨਹੀਂ ਹੈ। ਗੁਰਮਤ ਦਾ ਮਾਰਗ ਨਿਰਾਲਾ ਹੈ। ਨਿਰਾਲੇ 'ਚ ਤੇ ਵੱਖਰੇ 'ਚ ਬਹੁਤ ਵੱਡਾ ਫਰਕ ਹੈ। ਇੱਥੇ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਗੱਲ ਕਹੀ ਨਾ ਕਿ ਕੋਈ ਬੰਦਾ ਇੰਨੀ ਤਾਕਤ ਲੈ, ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਕੀ ਕਰਦੇ ਨੇ ਕਿ ਅਸੀਂ ਦੁਨੀਆ ਤੋਂ ਵੱਖਰੇ ਹੋ ਕੇ ਕੁਝ ਖਾਸ ਗੱਲ ਕਰਨੀ। ਮੈਂ ਇੱਥੋਂ ਗੱਲ ਸ਼ੁਰੂ ਕੀਤੀ ਸੀ ਕਿ ਜਿੰਨਾ ਕੋਈ ਰਿੱਧੀਆਂ ਸਿੱਧੀਆਂ ਨੇ, ਜਿਹੜੇ ਕਦੀ ਲੁਕ ਜਾਂਦੇ, ਪ੍ਰਗਟ ਹੋ ਜਾਂਦੇ ਨੇ, ਉਹ ਸਮਾਜ ਦਾ ਕੀ ਸਵਾਰਦੇ ਨੇ। ਜਿਹੜਾ ਬੰਦਾ ਸਮਾਜ ਲਈ ਕੁਝ ਨਹੀਂ ਕਰ ਸਕਿਆ, ਉਹ ਭਾਵੇਂ ਸਭ ਕੁਝ ਹੋਏ, ਕੁਝ ਵੀ ਨਹੀਂ ਹੈ। ਆਉਣ ਵਾਲੇ ਸਮੇਂ 'ਚ ਯਾਦ ਉਹਨਾਂ ਨੂੰ ਕੀਤਾ ਨਹੀਂ ਜਾਏਗਾ ਜਿਨ੍ਹਾਂ ਨੇ ਜੀ ਸਿਰ ਵੱਖਰਾ ਕਰ ਲਿਆ, ਪੈਰ ਵੱਖਰਾ ਕਰ ਲਿਆ, ਕਦੀ ਉੱਥੇ ਸੀ ਕਦੀ ਉੱਥੇ ਸੀ, ਨਾਟਕ ਚੇਟਕ ਕੀਤੇ, ਲੋਹਾ ਖਾ ਲਿਆ। ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ। ਹੈ ਕਿਤੇ ਇਤਿਹਾਸ 'ਚ ਉਹਨਾਂ ਦੀਆਂ ਗੱਲਾਂ?
ਇਤਿਹਾਸ ਉਹਨਾਂ ਦਾ ਹੋਣਾ ਹੈ ਜਿਨ੍ਹਾਂ ਨੇ ਮਨੁੱਖਤਾ ਲਈ ਕੁਝ ਕੀਤਾ ਹੈ, ਜਿਨ੍ਹਾਂ ਨੇ ਇਸ ਸੰਸਾਰ ਦੀ ਉਸਾਰੀ 'ਚ ਕੁਝ ਹਿੱਸਾ ਪਾਇਆ। ਅਸੀਂ ਸੰਸਾਰ ਦੀ ਉਸਾਰੀ ਕਰਨ ਲਈ ਆਏ ਹਾਂ। ਸੰਸਾਰ ਦੀ ਉਸਾਰੀ ਦਾ ਅਰਥ ਹਰ ਮਨੁੱਖ ਦੇ ਜ਼ਿੰਮੇ ਹੈ, ਹਰ ਮਨੁੱਖ ਦੀ ਜ਼ਿੰਮੇਵਾਰੀ ਹੈ। ਕੋਈ ਕਾਰੀਗਰ ਹੈ, ਕੋਈ ਦੁਕਾਨਦਾਰ ਹੈ, ਕੋਈ ਵਪਾਰੀ ਹੈ, ਕੋਈ ਬਿਜ਼ਨਸਮੈਨ ਹੈ, ਕੋਈ ਨੌਕਰੀ ਕਰਦਾ ਹੈ, ਕੋਈ ਕੁਝ ਵੀ ਕਿਰਤ ਕਰਦਾ ਹੈ, ਉਹ ਜਿੱਥੇ ਬੈਠਾ ਉੱਥੇ ਸਮਾਜ ਦੀ ਉਸਾਰੀ ਕਰ ਸਕਦਾ ਹੈ। ਅਸੀਂ ਸਮਾਜ ਦੀ ਉਸਾਰੀ ਕਰਨ ਲਈ ਆਏ ਹਾਂ। ਅਸੀਂ ਸਮਾਜ ਨੂੰ ਉੱਚੀਆਂ ਕਿਵੇਂ ਚੁੱਕਣੇ, ਸਾਡੀ ਡਿਊਟੀ ਹੈ। ਤੇ ਜਿਹੜਾ ਬੰਦਾ ਰਿੱਧੀਆਂ ਸਿੱਧੀਆਂ ਲੈ ਕੇ ਕਹਿੰਦਾ ਜੀ ਕਦੇ ਉੱਥੇ ਚਲ ਗਿਆ, ਉਹਨੇ ਸਮਾਜ ਲਈ ਕੀ ਕੀਤਾ ਜੀ? ਲੋਕਾਂ 'ਚ ਡਰ ਹੀ ਪੈਦਾ ਕੀਤਾ ਜਾਂ ਲੋਕਾਂ ਨੂੰ ਆਪਣੇ ਮਗਰ ਲਾਇਆ, ਤੋਂ ਵੱਧ ਤੇ ਕੁਝ ਨਹੀਂ ਨਾ ਕੀਤਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਇੰਨੀ ਸਮਰੱਥਾ ਆ ਜਾਏ, ਏਵਡ ਵੱਧਾ ਮਾਵਾ ਨਾਹੀਂ, ਮੈਂ ਇੰਨਾ ਆਪਣੇ ਆਪ ਨੂੰ ਵੱਡਾ ਬਣਾ ਲਵਾਂ ਕਿ ਸਮਾ ਹੀ ਨਾ ਸਕਾਂ। ਦੁਬਾਰੇ ਪੜਿਓ ਪੰਕਤੀ, ਏਵਡ ਵੱਧਾ ਮਾਵਾ ਨਾਹੀਂ, ਸਭ ਸੇ ਨੱਥ ਚਲਾਈ। ਇੰਨੀ ਕੋ ਤਾਕਤ ਆ ਜਾਏ ਮੈਂ ਸਾਰਿਆਂ ਨੂੰ ਆਪਣੇ ਹੁਕਮ 'ਚ ਚਲਾਵਾਂ। ਇਹੀ ਕੁਝ ਹੈ ਨਾ ਜਿੰਨਾ ਕੋ ਰਿੱਧੀਆਂ ਸਿੱਧੀਆਂ, ਜੇ ਤੂੰ ਨਾ ਆਇਆ ਤੇਰਾ ਨੁਕਸਾਨ ਹੋ ਜਾਏਗਾ। ਪੜ੍ਹ ਲਓ ਇਤਿਹਾਸ, ਉਹ ਵਲੀ ਕੰਧਾਰੀ ਦਾ ਇਤਿਹਾਸ ਅਸੀਂ ਪੜ੍ਹਦੇ ਆ ਨਾ, ਉਹਦੇ ਕੋਲ ਮਾੜੀ ਜੀ ਕਰਾਮਾਤ ਆ ਗਈ ਤੇ ਪਾਣੀ ਨਹੀਂ ਪੀਣ ਦਿੰਦਾ ਲੋਕਾਂ ਨੂੰ। ਇਹ ਤੇ ਭੁੱਖੇ ਮਾਰ ਦੇਣੇ ਲੋਕ ਜੇ ਇਹਨਾਂ ਦਾ ਵਾਹ ਚੱਲੇ ਤਾਂ। ਇੱਕ ਸਿਆਲਕੋਟ ਦੀ ਸਾਖੀ ਅਸੀਂ ਸੁਣਦੇ ਹਾਂ ਹਮਜ਼ਾ ਗੌਸ ਦੀ, ਉਹ ਕਹਿੰਦਾ ਮੈਂ ਸਾਰਾ ਸ਼ਹਿਰ ਹੀ ਬਰਬਾਦ ਕਰ ਦੇਣਾ। ਇੱਕ ਰਾਜਨੀਤਿਕ ਤੌਰ ਤੇ ਪਾਵਰਫੁਲ ਹੋ ਜੇ, ਉਹ ਕਹਿੰਦਾ ਮੈਂ ਦੁਨੀਆ ਬਰਬਾਦ ਕਰ ਦੇਣੀ ਹੈ। ਇੱਕ ਰਿੱਧੀਆਂ ਸਿੱਧੀਆਂ ਤੋਂ ਪਾਵਰਫੁਲ ਹੋ ਜੇ, ਉਹ ਕਹਿੰਦਾ ਮੈਂ ਸ਼ਹਿਰ ਬਰਬਾਦ ਕਰ ਦੇਣਾ। ਦੋਵਾਂ 'ਚ ਕੀ ਫਰਕ ਹੈ? ਦੋਵੇਂ ਇੱਕੋ ਜਿਹੇ ਹੀ ਨੇ। ਇਹ ਮਾਰਗ ਨਹੀਂ ਹੈ ਜ਼ਿੰਦਗੀ ਦਾ। ਸਤਿਗੁਰੂ ਜੀ ਕਹਿੰਦੇ ਇੰਨਾ ਭਾਵੇਂ ਵੱਡਾ ਬਣ ਜਾਵਾਂ, ਆਕਾਸ਼ ਤੱਕ ਚਲਿਆ ਜਾਵਾਂ, ਇੰਨੀ ਤਾਕਤ ਹੋਏ ਕਿ ਸਾਰੀ ਦੁਨੀਆ ਨੂੰ ਮੈਂ ਆਪਣੇ ਹੁਕਮ 'ਚ ਚਲਾਵਾਂ, ਉਹਨਾਂ ਦੇ ਨੱਕ 'ਚ ਨੱਥ ਪਾ ਦਿਆਂ, ਮੇਰੇ ਆਰਡਰ 'ਚ ਹੀ ਚੱਲੇ ਸਾਰੀ ਦੁਨੀਆ। ਜਿਵੇਂ ਪੋਲੀਟੀਕਲ ਲੋਕ ਕਰਦੇ ਕਿ ਮੇਰਾ ਹੀ ਹੁਕਮ ਚੱਲਣਾ ਹੈ, ਹੋਰ ਕੁਝ ਨਹੀਂ ਹੋਏਗਾ। ਇੰਨੀ ਤਾਕਤ ਵੀ ਭਾਵੇਂ ਹੋ ਜਾਏ ਤਾਂ ਏਦਾਂ ਦਾਨ ਹੋਵੇ ਮਨ ਅੰਦਰ, ਗਰੀਬ ਆਖ ਕਰਾਈ। ਇਹਦਾ ਬਲ ਆ ਜਾਏ ਮੇਰੇ ਮਨ ਅੰਦਰ, ਮੈਂ ਜੋ ਚਾਹਾਂ ਕਰਾਂ ਤੇ ਜੋ ਚਾਹਾਂ ਲੋਕਾਂ ਕੋਲੋਂ ਕਹਿ ਕੇ ਕਰਾ ਲਵਾਂ, ਦੁਨੀਆ ਮੇਰੇ ਹੁਕਮ ਵਿੱਚ ਚੱਲੇ। ਜੇ ਵੱਡ ਸਾਹਿਬ ਤੇ ਵੱਡ ਦਾਦੀ, ਦੇ ਦੇ ਕਰੇ ਰਜ਼ਾਈ। ਸਤਿਗੁਰੂ ਜੀ ਕਹਿੰਦੇ ਕਿ ਸਿੱਧੋ ਪਰਮਾਤਮਾ ਪਤਾ ਕਿੰਨਾ ਵੱਡਾ ਹੈ। ਜਿੱਡਾ ਵੱਡਾ ਪਰਮਾਤਮਾ ਹੈ ਨਾ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਜੇਵੜ ਆਵ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ। ਇਹ ਰਿੱਧੀਆਂ ਸਿੱਧੀਆਂ ਵਾਲੇ ਤਾਂ ਕੋਈ ਖਾਸ ਚੀਜ਼ ਨਹੀਂ। ਪਤਾ ਨਹੀਂ ਕਿੰਨੇ ਕੁ ਇਸ ਧਰਤੀ ਦੇ ਉੱਪਰ ਇਹੋ ਜਿਹੇ ਬਾਜੀਗਰ ਆਏ ਨੇ, ਜਾਦੂਗਰ ਆਏ ਨੇ, ਰਿੱਧੀਆਂ ਸਿੱਧੀਆਂ ਦਿਖਾਉਣ ਵਾਲੇ। ਇੱਕ ਜਾਦੂਗਰ ਡੁਗਡਗੀ ਵਜਾ ਕੇ ਕੁਝ ਮਾੜਾ ਮੋਟਾ ਨਾਟਕ ਚਿੜ ਕਰ ਦਿੰਦਾ ਹੈ, ਇੱਕ ਡੇਰੇ ਤੇ ਬੈਠਾ ਨਾਟਕ ਚਿੜ ਕਰ ਦੇ, ਦੋਵੇਂ ਫਰਕ ਕੀ ਹੈ? ਕੋਈ ਵੱਡੀ ਗੱਲ ਨਹੀਂ ਹੈ। ਉਹ ਪ੍ਰਮਾਤਮਾ ਕਿੰਨਾ ਵੱਡਾ ਹੈ। ਜਿੱਡਾ ਵੱਡਾ ਪ੍ਰਮਾਤਮਾ ਓਡੀ ਵੱਡੀ ਦਾਤ। ਸਿੱਧਾ ਨੇ ਕਿਹਾ ਸੀ ਤੁਹਾਡੇ ਕੋਲ ਕਰਾਮਾਤ ਕੀ ਹੈ। ਹੁਣ ਸਤਿਗੁਰੂ ਜੀ ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਦਾ ਜ਼ਿਕਰ ਕਰਕੇ ਕਹਿੰਦੇ ਨੇ ਮੈਂ ਤੇ ਵਾਹਿਗੁਰੂ ਜੀ ਦੇ ਨਾਮ 'ਚ ਜੁੜੇ ਆ, ਪ੍ਰਮਾਤਮਾ ਦੇ ਨਾਮ 'ਚ। ਤੇ ਪ੍ਰਮਾਤਮਾ ਜਿੰਨਾ ਵੱਡਾ ਹੈ, ਜਦੋਂ ਤੁਸੀਂ ਉਹਦੇ ਪਿਆਰ 'ਚ ਜੁੜੋਗੇ ਓਡੀਆਂ ਹੀ ਵੱਡੀਆਂ ਤੁਹਾਨੂੰ ਦਾਤਾਂ ਦੇਵੇਗਾ। ਪ੍ਰਮਾਤਮਾ ਦੇ ਭਰੋਸੇ ਜਦੋਂ ਆਓਗੇ, ਗੁਰਬਾਣੀ ਇਸੇ ਕਰਕੇ ਕਹਿੰਦੀ ਪ੍ਰਮਾਤਮਾ ਦੇ ਪਿਆਰ ਜੁੜੋ। ਤੁਸੀਂ ਰਿੱਧੀਆਂ ਸਿੱਧੀਆਂ ਵਾਲਿਆਂ ਦੇ ਮਗਰ ਲੱਗੋਗੇ, ਮੰਗਤੇ ਬਣ ਜਾਓਗੇ। ਤੁਸੀਂ ਦੁਨਿਆਵੀ ਲੋਕਾਂ ਦੇ ਮਗਰ ਚੱਲੋਗੇ, ਮੰਗਤੇ ਬਣ ਕੇ ਰਹਿ ਜਾਓਗੇ। ਦੁਨਿਆਵੀ ਹਾਕਮਾਂ ਦੇ ਮਗਰ ਚੱਲੋਗੇ, ਮੰਗਤੇ ਬਣ ਕੇ ਰਹਿ ਜਾਓਗੇ। ਪਰਮਾਤਮਾ ਦੇ ਪਿਆਰ ਜੁੜੋਗੇ ਤੇ ਦਾਤੇ ਬਣ ਜਾਓਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਮੰਗਤੇ ਬਣਨੀ ਨਹੀਂ ਆਏ, ਅਸੀਂ ਰਾਜੇ ਹਾਂ ਧਰਤੀ ਦੇ। ਰਾਜੇ ਤਾਂ ਬਣਾਂਗੇ ਜੇ ਅਸਾਂ ਉਹਦੇ ਪਿਆਰ ਜੁੜਾਂਗੇ। ਉਹਨੇ ਸਾਨੂੰ ਰਾਜ ਦਿੱਤਾ ਹੈ ਧਰਤੀ ਦਾ। ਹਰ ਬੰਦਾ ਧਰਤੀ ਦਾ ਰਾਜ ਹੈ, ਕਿਸੇ ਬੰਦੇ ਨੂੰ ਘੱਟ ਨਹੀਂ ਬਣਾਇਆ। ਔਰ ਧਰਮ ਦੇ ਨਾਂ ਤੇ ਕਿਸੇ ਮਨੁੱਖ ਨੂੰ ਦਬਾਉਣ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਤੂੰ ਮੰਗਤਾ ਇੱਥੇ ਗੇੜੇ ਲਾਈ ਜਾ, ਇੱਥੇ ਤੇਰੀ ਕਾਮਨਾ ਪੂਰੀ ਹੋਣੀ ਹੈ। ਇਹ ਧਰਮ ਦੇ ਨਾਂ ਤੇ ਸ਼ੋਸ਼ਣ ਹੈ। ਧਰਮ ਦੇ ਨਾਂ ਤੇ ਬੜਾ ਵੱਡਾ ਕ੍ਰਾਈਮ ਹੋ ਰਿਹਾ ਹੈ ਕਿ ਤੇਰੀ ਇੱਥੇ ਹੀ ਕਾਮਨਾ ਪੂਰੀ ਹੋਏਗੀ, ਤੂੰ ਉੱਥੇ ਜਾਏਗਾ ਤਾਂ ਹੀ ਸਰਦਾ ਪੂਰੀ ਹੋਏਗੀ। ਕਾਮਨਾ ਤੇ ਮਨੁੱਖ ਦੀ ਜਿੱਥੇ ਬੈਠਾ ਉੱਥੇ ਪੂਰੀ ਹੋ ਸਕਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜੇ ਵੱਡ ਆਪ, ਜਿੱਡਾ ਵੱਡਾ ਉਹ ਪਰਮਾਤਮਾ ਹੈ, ਓਡੀਆਂ ਵੱਡੀਆਂ ਉਹਦੀਆਂ ਦਾਤਾਂ ਨੇ। ਔਰ ਉਹਦੀਆਂ ਦਾਤਾਂ ਜਿਹੜੀਆਂ ਨੇ ਉਹਨਾਂ ਨੂੰ ਗਿਣਿਆ ਹੀ ਨਹੀਂ ਜਾ ਸਕਦਾ। ਹੈਰਾਨੀ ਦੀ ਗੱਲ ਹੈ, ਪਰਮਾਤਮਾ ਨੇ ਕਿੰਨਾ ਕੁਝ ਸਾਨੂੰ ਦਿੱਤਾ, ਸਾਨੂੰ ਯਾਦ ਹੀ ਨਹੀਂ ਹੈ। ਇਹ ਜਿਹੜੇ ਰਿੱਧੀਆਂ ਸਿੱਧੀਆਂ ਵਾਲੇ ਸਾਨੂੰ ਜ਼ਿੰਦਗੀ ਦੇ ਸਕਦੇ ਨੇ ਭਲਾ ਕਿਤੇ? ਜ਼ਿੰਦਗੀ ਵਾਹਿਗੁਰੂ ਨੇ ਦਿੱਤੀ ਹੈ, ਕਿੰਨੀ ਅਮੋਲ ਜ਼ਿੰਦਗੀ। ਜ਼ਿੰਦਗੀ ਦੀ ਕੋਈ ਕੀਮਤ ਨਹੀਂ ਹੈ, ਜ਼ਿੰਦਗੀ ਦੇ ਇੱਕ ਇੱਕ ਸਵਾਸ ਦਾ ਕੋਈ ਮੁੱਲ ਨਹੀਂ ਹੈ। ਇਹ ਰਿੱਧੀਆਂ ਸਿੱਧੀਆਂ ਵਾਲੇ ਤੇ ਕਿਸੇ ਦਾ ਇੱਕ ਸਵਾਸ ਨਹੀਂ ਵਧਾ ਸਕਦੇ। ਜ਼ਿੰਦਗੀ ਪ੍ਰਮਾਤਮਾ ਨੇ ਦਿੱਤੀ, ਸਵਾਸ ਪ੍ਰਮਾਤਮਾ ਨੇ ਦਿੱਤੇ, ਇਹ ਧਰਤੀ ਪ੍ਰਮਾਤਮਾ ਨੇ ਦਿੱਤੀ। ਧਰਤੀ ਤੇ ਖਾਣ ਪੀਣ ਪਹਿਨਣ ਦੇ ਪਦਾਰਥ, ਇਹ ਸੂਰਜ ਚੰਦਰਮਾ ਪ੍ਰਮਾਤਮਾ ਨੇ ਬਣਾਏ ਨੇ। ਜੇ ਅੱਜ ਪ੍ਰਮਾਤਮਾ ਆਪਣੇ ਸੂਰਜ ਨੂੰ ਲੰਬੇ ਕਰ ਲੇ, ਇਹ ਰਿੱਧੀਆਂ ਸਿੱਧੀਆਂ ਵਾਲੇ ਧਰਤੀ ਤੇ ਜਿੰਦੇ ਰੱਖ ਸਕਣਗੇ ਕਿਸੇ ਨੂੰ? ਜੇ ਅੱਜ ਪ੍ਰਮਾਤਮਾ ਆਪਣੀ ਧਰਤੀ ਨੂੰ ਪੁੱਠੀਆਂ ਕਰ ਦੇ, ਇਹ ਰਿੱਧੀਆਂ ਸਿੱਧੀਆਂ ਵਾਲੇ ਬਚਾ ਲੈਣਗੇ ਆਪਣੇ ਆਪ ਨੂੰ ਤੇ ਲੋਕਾਂ ਨੂੰ?
ਇਹ ਤੇ ਇੱਕ ਭਰਮ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਤੁਸੀਂ ਪੁੱਛਿਆ ਕਰਾਮਾਤ, ਨਾਮ ਦੀ ਕਰਾਮਾਤ ਹੈ ਸਾਡੇ ਕੋਲ, ਤੇ ਉਹ ਪ੍ਰਮਾਤਮਾ ਜਿੰਨਾ ਮਹਾਨ ਹੈ ਨਾ, ਵੱਡੀਆਂ ਵੱਡੀਆਂ ਉਹਦੀਆਂ ਦਾਤਾਂ। ਤੁਸੀਂ ਤੇ ਮਾੜੇ ਮੋਟੇ ਕਿਤੇ ਅੱਖਾਂ ਮਿੱਟੀਆਂ ਤੇ ਰਿੱਧੀਆਂ ਸਿੱਧੀਆਂ ਲੈ ਕੇ ਐਵੇਂ ਹੀ ਭੂੰਡ ਵਾਂਗੂ ਹੰਕਾਰ ਕਰੀ ਚਲੇ ਜਾਂਦੇ ਹੋ। ਅਸੀਂ ਨਾਮ 'ਚ ਜੁੜੇ ਆ, ਪ੍ਰਮਾਤਮਾ ਜੁੜੇ ਆ, ਤੇ ਜਿੱਡਾ ਵੱਡਾ ਪ੍ਰਮਾਤਮਾ ਓਡੀਆਂ ਵੱਡੀਆਂ ਉਹਨੇ ਸਾਨੂੰ ਦਾਤਾਂ ਦੇ ਦਿੱਤੀਆਂ ਹਨ, ਉਹਨਾਂ ਨੂੰ ਤੇ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਕੀ ਕਰਾਮਾਤ ਹੈ ਨਾਮ ਦੀ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਗੁਰਬਾਣੀ ਇਹ ਗੱਲ ਕਹਿੰਦੀ ਹੈ ਕਿ ਨਾਮੇ ਕੀ ਕੀਮਤ ਕਹੀ ਨਾ ਜਾਏ, ਨਾਮ ਦੀ ਕੀਮਤ ਬਿਆਨ ਨਹੀਂ ਕੀਤੀ। ਨਾਮ 'ਚ ਜੁੜ ਕੇ ਜੋ ਸੁੱਖ ਮਿਲਦਾ ਹੈ, ਹੁਣੇ ਆਪ ਜੀ ਸਰਵਣ ਕਰੇ ਬਿਸਮਨ ਬਿਸਮ ਪਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ। ਇਹਦੇ ਜਿਹੜਾ ਜਾਣਦਾ ਉਹਨੂੰ ਪਤਾ। ਇਵੇਂ ਕਹਿ ਸਕਦੇ ਆ, ਇੱਕ ਬੰਦਾ ਕੋਲਿਆਂ ਵਾਲੀ ਦੁਕਾਨ ਤੇ ਜਾਂਦਾ, ਉਹਨੂੰ ਤੇ ਕੋਲਿਆਂ ਦੇ ਭਾਅ ਦਾ ਹੀ ਪਤਾ ਹੋਏਗਾ। ਇੱਕ ਹੁਣ ਜੌਹਰੀ ਕੋਈ ਡਾਇਮੰਡ ਖਰੀਦਣ ਜਾਂਦਾ, ਉਹਨੂੰ ਜੌਹਰੀ ਤੋਂ ਜਾ ਕੇ ਪਤਾ ਲੱਗੇਗਾ, ਕੋਲਿਆਂ ਵਾਲੇ ਨੂੰ ਉਹਦਾ ਕੀ ਪਤਾ। ਹੁਣ ਰਿਧੀਆਂ ਸਿੱਧੀਆਂ ਵਾਲਿਆਂ ਨੂੰ ਨਾਮ ਦਾ ਕੀ ਪਤਾ ਕਿ ਨਾਮ ਕੀ ਚੀਜ਼ ਹੈ, ਨਾਮ ਦਾ ਆਨੰਦ ਕੀ ਹੈ, ਨਾਮ ਦੀ ਵਡਿਆਈ ਕੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਿ ਓਡੀ ਵੱਡੀ ਵਾਹਿਗੁਰੂ ਜੀ ਦੇ ਨਾਮ ਦੀ ਵਡਿਆਈ ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਨਾਨਕ ਨਜ਼ਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ। ਸਤਿਗੁਰੂ ਜੀ ਕਹਿੰਦੇ ਭਾਈ ਇਹ ਦਾਤ ਮਿਲਦੀ ਉਹਨੂੰ ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟ ਹੁੰਦੀ ਹੈ। ਹੁਣ ਪ੍ਰਮਾਤਮਾ ਦੀ ਕਿਰਪਾ ਦ੍ਰਿਸ਼ਟ ਕਿਹਦੇ ਤੇ ਹੁੰਦੀ ਹੈ? ਮਸਲਾ ਇਹ ਹੈ ਕਿ ਪ੍ਰਮਾਤਮਾ ਸਾਰਿਆਂ ਤੇ ਕਿਰਪਾ ਨਹੀਂ ਕਰਨਾ ਚਾਹੁੰਦਾ। ਕਿ ਪ੍ਰਮਾਤਮਾ ਚਾਹੁੰਦਾ ਹੈ ਕਿ ਕੁਝ ਨੂੰ ਨਾ ਮਿਲੇ ਤੇ ਕੁਝ ਨੂੰ ਨਾ ਮਿਲੇ? ਕਦਾਚਿਤ ਨਹੀਂ। ਪ੍ਰਮਾਤਮਾ ਤੇ ਬਹੁਤ ਦਿਆਲੂ ਹੈ। ਜੇ ਪ੍ਰਮਾਤਮਾ ਨੇ ਜ਼ਿੰਦਗੀ ਸਾਰਿਆਂ ਨੂੰ ਦਿੱਤੀ ਹੈ, ਜੇ ਪ੍ਰਮਾਤਮਾ ਨੇ ਰੋਜੀ ਰੋਟੀ ਸਾਰਿਆਂ ਨੂੰ ਦਿੱਤੀ ਹੈ, ਪ੍ਰਮਾਤਮਾ ਚਾਹੁੰਦਾ ਹੈ ਕਿ ਹਰ ਮਨੁੱਖ ਜ਼ਿੰਦਗੀ 'ਚ ਪ੍ਰਮਾਤਮਾ ਵਰਗਾ ਬਣੇ। ਪਰ ਦਰਅਸਲ ਪ੍ਰਮਾਤਮਾ ਵਰਗਾ ਬਣਨ ਲਈ ਕੁਝ ਇਮਤਿਹਾਨ ਹੈ ਨਾ। ਸਾਰੇ ਬੰਦੇ ਡਾਕਟਰ ਤਾਂ ਨਹੀਂ ਬਣ ਜਾਂਦੇ। ਮਾਂ ਪਿਓ ਦੇ ਚਾਹੁੰਦੇ ਡਾਕਟਰ ਬਣ ਜਾਣ। ਡਾਕਟਰ ਬਣਨ ਲਈ ਕੁਝ ਇਮਤਿਹਾਨ ਹੈ, ਇੰਜੀਨੀਅਰ ਬਣਨ ਲਈ ਕੁਝ ਇਮਤਿਹਾਨ ਹੈ। ਜਿੰਨੀ ਕੋ ਮਿਹਨਤ ਕਰੇਗਾ ਉਹ ਡਾਕਟਰ ਬਣ ਜਾਏਗਾ, ਇੰਜੀਨੀਅਰ ਬਣ ਜਾਏਗਾ। ਇਸ ਕਰਕੇ ਰੱਬ ਦੀ ਨਜ਼ਰ ਉਹਦੇ ਤੇ ਹੋਣੀ ਹੈ ਜਿਹੜਾ ਇਸ ਧਰਤੀ ਤੇ ਆ ਕੇ ਰੱਬੀ ਨਿਯਮ ਨੂੰ ਸਮਝਦਿਆਂ ਆਪਣੀ ਜ਼ਿੰਦਗੀ ਨੂੰ ਵਾਹਿਗੁਰੂ ਜੀ ਦੀ ਮਿਹਰ ਦੇ ਪਾਤਰ ਬਣਾ ਲਏਗਾ। ਇਵੇਂ ਕਹਿ ਲਓ, ਆਪਣੇ ਆਪ ਨੂੰ ਸਵਾਰ ਕੇ ਰੱਖੇਗਾ, ਆਪਣੇ ਆਪ ਨੂੰ ਸਵਾਰ ਕੇ ਰੱਖੇਗਾ। ਤੁਸੀਂ ਕੋਈ ਵੀ ਸੁੱਖ ਲੈਣਾ, ਤੁਸੀਂ ਦੇਖੋ ਫਲਾਈਟ ਲੈਣੀ ਹੈ, ਹਵਾਈ ਜਹਾਜ਼ ਤੇ ਚੜ੍ਹਨਾ ਹੈ, ਹਵਾਈ ਜਹਾਜ਼ ਦੇ ਸਫ਼ਰ ਦਾ ਆਨੰਦ ਮੰਨਣਾ ਤੇ ਹਵਾਈ ਜਹਾਜ਼ ਤੇ ਚੜ੍ਹਨ ਲਈ ਤੇ ਕੁਝ ਕਾਨੂੰਨ ਹੈ ਨਾ। ਤੁਹਾਡੇ ਕੋਲ ਪਾਸਪੋਰਟ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਵੀਜ਼ਾ ਹੋਣਾ ਚਾਹੀਦਾ ਹੈ, ਤੁਸੀਂ 에ਅਰਲਾਈਨ ਦੀਆਂ ਕੰਡੀਸ਼ਨਾਂ ਪੂਰੀਆਂ ਕਰਨੇ ਵਾਲੇ ਹੋਣੇ ਚਾਹੀਦੇ ਤਾਂ ਹੀ ਹੈ ਨਾ। ਇੱਕ ਦੁਨਿਆਵੀ ਤੌਰ ਤੇ ਤੁਸੀਂ ਕਿਸੇ ਰੁਤਬੇ ਤੇ ਬੈਠਣਾ, ਉਹ ਕੰਡੀਸ਼ਨਾਂ ਪੂਰੀਆਂ ਕਰਨ ਵਾਲੇ ਹੋਣੇ ਚਾਹੀਦੇ ਹੋ। ਤੁਸੀਂ ਦੁਨਿਆਵੀ ਤੌਰ ਤੇ ਕੋਈ ਸੁੱਖ ਮੰਨਣਾ, ਉਹਦੇ ਲਈ ਕੋਈ ਕੰਡੀਸ਼ਨਾਂ ਨੇ। ਉਹ ਇਹ ਨਹੀਂ ਹੈ ਕਿ ਜਿਹੜਾ ਮਰਜ਼ੀ ਜਾ ਕੇ ਲੈ ਜਾਏਗਾ। ਦੁਨੀਆ 'ਚ ਗਿਰਾਵਟ ਕਦੋਂ ਆਉਂਦੀ ਹੈ? ਗਿਰਾਵਟ ਕਦੋਂ ਆਉਂਦੀ ਹੈ? ਜਦੋਂ ਰੁਤਬਿਆਂ ਤੇ ਕੰਡੀਸ਼ਨਾਂ ਨੂੰ ਫਾਲੋ ਨਾ ਕਰਦੇ ਆ, ਅਜੋਗ ਲੋਕ ਰੁਤਬਿਆਂ ਤੇ ਬੈਠਦੇ, ਉਦੋਂ ਸਮਾਜ, ਉਦੋਂ ਮੁਲਕ ਬਰਬਾਦ ਹੁੰਦਾ ਹੈ। ਆ ਸਾਡੇ ਮੁਲਕ ਦੇ ਹਾਲਾਤ ਨੇ। ਸਿਫਾਰਸ਼ੀ ਟੱਟੂ ਅੱਗੇ ਆਈ ਜਾਂਦੇ ਨੇ। ਅਫਸਰ ਉਹ ਬਣ ਗਏ ਜਿਨ੍ਹਾਂ ਨੂੰ ਪੂਰੇ ਪਤਾ ਹੀ ਨਹੀਂ ਸਿਸਟਮ ਦਾ। ਤੇ ਫਿਰ ਕੀ ਇਹ ਸਿਸਟਮ ਤਹਿਸ ਨਹਿਸ ਹੋ ਰਿਹਾ। ਧਰਮ ਦੀ ਦੁਨੀਆ 'ਚ ਵੀ ਇਹੀ ਕੁਝ ਹੈ। ਧਰਮ 'ਚ ਅੱਜ ਕਹਿੰਦੇ ਸਿਫਾਰਸ਼ੀ ਟੱਟੂ ਵਾੜੀ ਜਾਓ, ਸਟੇਜ ਤੇ ਸਿਫਾਰਸ਼ੀ ਲਿਆ ਕੇ ਬਿਠਾ ਦਿਓ ਜੀ। ਸਟੇਜ ਦੀ ਕੋਈ ਮਰਜ਼ਾਦਾ ਹੈ? ਇੱਥੇ ਬੈਠਣ ਦੀ ਕੋਈ ਮਰਜ਼ਾਦਾ ਹੈ ਕਿ ਇੱਥੇ ਕੌਣ ਬੈਠਣਾ ਚਾਹੀਦਾ ਹੈ? ਅੱਗੇ ਸੰਗਤ ਬੈਠੀ ਹੈ, ਸੰਗਤ 'ਚ ਬੜੇ ਬੜੇ ਸਿਆਣੇ ਲੋਕ ਬੈਠੇ ਨੇ, ਵਿਦਵਾਨ ਬੈਠੇ ਨੇ। ਖਾਸ ਕਰਕੇ ਸਾਡਾ ਇਹ ਪ੍ਰੋਗਰਾਮ ਦਿੱਲੀ, ਹਿਮਾਚਲ, ਯੂਪੀ ਔਰ ਬੜੀ ਬੜੀ ਦੂਰ ਤੱਕ ਲਾਈਵ ਹੁੰਦਾ ਹੈ, ਤੇ ਉਹ ਐਵੇਂ ਗੱਲਾਂ ਸੁਣ ਲਈ ਇਤਨੇ ਬੈਠੇ ਹੋਏ। ਬੜੇ ਬੜੇ ਖੁਸ਼ੀ ਹੁੰਦੀ ਜਦੋਂ ਵੱਡੇ ਵੱਡੇ ਪ੍ਰੋਫੈਸਰ, ਵੱਡੇ ਵੱਡੇ ਡੀਲਟ ਜਿਹੜੇ ਨੇ ਗੱਲਾਂ ਕਰਦੇ ਨੇ, ਵਿਦਵਾਨ ਗੱਲਾਂ ਕਰਦੇ ਨੇ। ਮਾਣ ਮਹਿਸੂਸ ਹੁੰਦਾ ਕਿ ਲੋਕ ਗੁਰੂ ਦੀ ਗੱਲ ਸੁਣ ਲਈ ਬੈਠੇ ਨੇ। ਤੇ ਜੇ ਆਪਾਂ ਸਟੇਜ ਤੇ ਇੱਥੇ ਨਿਆਣੇ ਬਿਠਾਈ ਜਾਵਾਂਗੇ ਲਿਆ ਕੇ, ਤੇ ਫਿਰ ਸੁਣੇਗਾ ਕੋਈ? ਜੇ ਸਟੇਜ ਤੇ ਜਿਹਨੂੰ ਮਰਜ਼ੀ ਬਿਠਾਤਾ, ਕੋਈ ਉਹਦਾ ਵਰਦੀ ਦਾ ਕੋਡ ਐਂਡ ਕੰਡਕਟ ਨਹੀਂ ਹੈ, ਜਾਂ ਉਹਨੂੰ ਬੈਠਣ ਦਾ ਹੀ ਨਹੀਂ ਪਤਾ, ਭੀੜ ਇਕੱਠੀ ਕਰਤੀ, ਤੇ ਇਹਦਾ ਮਤਲਬ ਕਿ ਅਸੀਂ ਇਸ ਪੱਧਰ ਨੂੰ ਨੀਵਿਆਂ ਕਰ ਰਹੇ ਹਾਂ, ਅਸੀਂ ਇਹਨੂੰ ਉੱਚੀਆਂ ਨਹੀਂ ਚੁੱਕ ਰਹੇ, ਸੇਵਾ ਨਹੀਂ ਕਰ ਰਹੇ। ਇਹ ਪ੍ਰਬੰਧਕ ਜਨਾਂ ਦੀ ਇੱਕ ਡਿਊਟੀ ਹੈ, ਮੈਨੇਜਮੈਂਟਾਂ ਦੀ ਇੱਕ ਡਿਊਟੀ ਹੁੰਦੀ ਹੈ ਕਿ ਉਸ ਚੀਜ਼ ਦੀ ਮਾਣ ਮਰਜ਼ਾਦਾ ਨੂੰ ਬਰਕਰਾਰ ਕਿਵੇਂ ਰੱਖਣਾ ਹੈ। ਇਹ ਮੈਨੇਜਮੈਂਟਾਂ ਦੀ ਡਿਊਟੀ ਹੁੰਦੀ। ਜਦੋਂ ਮੈਨੇਜਮੈਂਟਾਂ ਨੂੰ ਫਾਲੋ ਨਹੀਂ ਕਰਦੀਆਂ, ਭਾਵੇਂ ਉਹ ਰਾਜਨੀਤਿਕ ਦੁਨੀਆ 'ਚ ਨੇ, ਭਾਵੇਂ ਧਰਮ ਦੀ ਦੁਨੀਆ 'ਚ ਨੇ, ਉਦੋਂ ਹਰ ਚੀਜ਼ ਦਾ ਲੈਵਲ ਡਾਊਨ ਤੋਂ ਡਾਊਨ ਹੁੰਦਾ ਚਲਿਆ ਜਾਂਦਾ ਹੈ। ਅਸੀਂ ਪਰਮਾਤਮਾ ਦੇ ਪਿਆਰ ਜੁੜਨਾ ਹੈ। ਸਤਿਗੁਰੂ ਜੀ ਕਹਿੰਦੇ ਉਹੀ ਜੁੜੇਗਾ ਜਿਹੜਾ ਉਸ ਲੈਵਲ ਤੇ ਪਹੁੰਚੇਗਾ, ਜਿਹੜਾ ਉਹਦੀ ਮਿਹਰ ਦਾ ਪਾਤਰ ਬਣੇਗਾ। ਉਹਦੇ ਲਈ ਇੱਕ ਕੰਡੀਸ਼ਨ ਹੈ ਜਿਹਦੇ ਤੇ ਰੱਬ ਦੀ ਨਜ਼ਰ ਹੋ ਜਾਏਗੀ। ਨਜ਼ਰ ਪ੍ਰਾਪਤ ਕਰਨ ਦੇ ਲਈ ਸਾਨੂੰ ਗੁਰੂ ਕੋਲ ਆਉਣ ਦੀ ਗੱਲ ਕੀ ਹੈ। ਗੁਰੂ ਸਾਨੂੰ ਕੁਝ ਮੰਗਦਾ ਨਹੀਂ ਸਾਡੇ ਕੋਲੋਂ। ਗੁਰੂ ਨੂੰ ਮਾਫ ਕਰਨਾ, ਪੈਸਿਆਂ ਦੀ ਲੋੜ ਨਹੀਂ ਹੈ। ਪੈਸੇ ਤੇ ਅਸੀਂ ਇਸ ਸੇਵਾ ਲਈ ਦਿੰਦੇ ਕਿ ਗੁਰੂ ਕੀ ਬਿਲਡਿੰਗ ਸੋਹਣੀ ਬਣੀ ਹੈ, ਇੱਥੇ ਸੋਹਣਾ ਪ੍ਰਬੰਧ ਹੋਣਾ ਚਾਹੀਦਾ ਹੈ, ਸੰਗਤ ਦੀ ਸਹੂਲਤ ਦੇ ਲਈ ਵਧੀਆ ਚੀਜ਼ ਹੈ। ਇਹ ਪੈਸੇ ਇਸ ਲਈ ਆਪਾਂ ਦਿੰਦੇ ਹਾਂ।
ਇਹ ਪੈਸੇ ਦਾ ਅਰਥ ਇਹ ਹੈ ਇਥੋਂ ਮਨੁੱਖਤਾ ਦੀ ਸੇਵਾ ਹੋ ਸਕੇ, ਇਥੋਂ ਲੰਗਰ ਵਰਤਾਏ ਜਾਣ, ਇਥੋਂ ਦਵਾਈਆਂ ਦਿੱਤੀਆਂ ਜਾਣ। ਇਹ ਪੈਸੇ ਇਸ ਲਈ ਨੇ, ਮਨੁੱਖਤਾ ਦੀ ਸੇਵਾ। ਮਤਾ ਸੋਚਣਾ ਕਿ ਇਹਨਾਂ ਪੈਸਿਆਂ ਦੇ ਨਾਲ ਅਸੀਂ ਰੱਬ ਨੂੰ ਰਜਾ ਲਾਂਗੇ। ਹਾਂ, ਪੈਸੇ ਨਾਲ ਰੱਬ ਨੂੰ ਤਾਂ ਰਜਾਵਾਂਗੇ ਜੇ ਇਹ ਪੈਸੇ ਸਾਡੇ ਠੀਕ ਥਾਂ ਤੇ ਲੱਗਣਗੇ, ਲੋੜਵੰਦਾਂ ਦੀ ਮਦਦ ਚ ਆਉਣਗੇ, ਤੇ ਬਹੁਤ ਹੀ ਭਲੀ ਗੱਲ ਹੈ। ਪਰ ਜਿੱਥੋਂ ਤੱਕ ਰੱਬ ਦੀ ਰਹਿਮਤ ਨੂੰ ਪ੍ਰਾਪਤ ਕਰਨ ਦਾ ਤਰੀਕਾ ਹੈ ਉਹ ਹੈ ਕਿ ਜ਼ਿੰਦਗੀ ਨੂੰ ਵੀ ਕਿਸੇ ਕਾਇਦੇ ਕਾਨੂੰਨ ਚ ਲਿਆਉਣਾ ਪਏਗਾ, ਜ਼ਿੰਦਗੀ ਨੂੰ ਸਵਾਰਨਾ ਪਏਗਾ, ਜ਼ਿੰਦਗੀ ਨੂੰ ਕਿਸੇ ਮਾਣ ਮਰਜ਼ਾਦਾ ਚ ਲਿਆਉਣਾ ਪਏਗਾ। ਉਹ ਮਰਜ਼ਾਦਾ ਗੁਰੂ ਕੀ ਬਾਣੀ ਦੱਸਦੀ ਹੈ। ਦੇਖੋ ਨਾ ਕਿੰਨੇ ਸੋਹਣੇ ਬਚਨ। ਤੁਸੀਂ ਸੁੱਖ ਮੰਨਣਾ ਚਾਹੁੰਦੇ ਹੋ, ਸਤਿਗੁਰੂ ਜੀ ਕਹਿੰਦੇ ਜੇ ਸੁੱਖ ਮੰਨਣਾ ਹੈ ਤੇ ਇੱਕ ਕੰਡੀਸ਼ਨ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਆਈ। ਦੁੱਖ ਤੁਹਾਡੇ ਨੇੜੇ ਹੀ ਨਹੀਂ ਆਏਗਾ। ਕਿਸੇ ਨੂੰ ਦੁੱਖ ਨਾ ਦਿਓ, ਕਿਸੇ ਦਾ ਬੁਰਾ ਨਾ ਸੋਚੋ। ਜੇ ਤੁਸੀਂ ਸੁੱਖ ਮੰਨਣਾ ਚਾਹੁੰਦੇ, ਕਿਸੇ ਦੀ ਨਿੰਦਾ ਹੀ ਨਾ ਕਰੋ। ਤੁਸੀਂ ਸੁੱਖ ਮੰਨਣਾ ਚਾਹੁੰਦੇ ਹੋ, ਕਦੀ ਕਿਸੇ ਦਾ ਹੱਕ ਨਾ ਮਾਰੋ। ਹੱਕ ਪਰਾਇਆ ਨਾਨਕਾ ਉਸੂਲ ਉਸ ਗਾਏ। ਹੁਣ ਮੈਂ ਇਹ ਗੱਲਾਂ ਮੰਨਣਾ ਹੀ ਨਾ, ਮੈਂ ਕਹਾਂ ਜੀ ਮੈਂ ਮੱਥਾ ਟੇਕਿਆ ਸੀ ਮੈਨੂੰ ਸੁੱਖ ਨਹੀਂ ਮਿਲਿਆ, ਮੈਂ ਪਾਠ ਕੀਤਾ ਸੀ ਸੁੱਖ ਨਹੀਂ ਮਿਲਿਆ, ਮੈਂ ਗੁਰਦੁਆਰੇ ਰੋਜ਼ ਜਾਂਦਾ ਸੁੱਖ ਨਹੀਂ ਮਿਲਿਆ, ਤੇ ਮੇਰੀ ਅਗਿਆਨਤਾ ਹੀ ਹੋਏਗੀ, ਉਦੋਂ ਬਾਅਦ ਕੁਝ ਨਹੀਂ ਹੋ ਸਕਦਾ। ਗੁਰੂ ਕੋਲ ਆਉਣ ਦਾ ਅਰਥ ਹੈ ਗੁਰੂ ਦੇ ਦੱਸੇ ਮਾਰਗ ਤੇ ਚੱਲਣਾ। ਜਿਵੇਂ ਡਾਕਟਰ ਦਵਾਈ ਦਿੰਦਾ, ਦਵਾਈ ਨਾਲ ਕੁਝ ਪਰਹੇਜ਼ ਦੱਸਦਾ, ਇਸੇ ਤਰੀਕੇ ਦੇ ਨਾਲ ਗੁਰੂ ਸਾਨੂੰ ਉਪਦੇਸ਼ ਦਿੰਦਾ ਹੈ ਤੇ ਨਾਲ ਕੁਝ ਕੰਡੀਸ਼ਨ ਦੱਸਦਾ ਹੈ। ਸਤਿਗੁਰੂ ਜੀ ਨੇ ਸ਼ਬਦ ਰਾਹੀਂ ਸਿੱਧਾਂ ਦਾ ਉਹ ਭਰਮ ਕੱਢ ਦਿੱਤਾ ਕਿ ਤੁਹਾਡੇ ਕੋਲ ਕਿਹੜੀ ਕਰਾਮਾਤ। ਸਤਿਗੁਰੂ ਜੀ ਕਹਿੰਦੇ ਸਾਡੇ ਕੋਲ ਤੇ ਪ੍ਰਮਾਤਮਾ ਦਾ ਨਾਮ ਹੀ ਆਸਰਾ ਹੈ। ਜਿੱਡਾ ਵੱਡਾ ਪ੍ਰਮਾਤਮਾ ਓਡੀ ਵੱਡੀ ਉਹਦੀ ਦਾਤ ਹੈ। ਆਓ ਆਪਾਂ ਵੀ ਉਸ ਪ੍ਰਮਾਤਮਾ ਦੇ ਪਿਆਰ ਜੁੜੀਏ। ਜਦੋਂ ਗੁਰੂ ਕੋਲ ਆਉਣਾ ਹੈ, ਗੁਰੂ ਪਾਸੋਂ ਗਿਆਨ ਦੀ ਜਾਚਣਾ ਕਰਨੀ ਹੈ। ਹੋਰ ਚੀਜ਼ਾਂ ਬਾਜ਼ਾਰੋਂ ਵੀ ਮਿਲ ਜਾਣਗੀਆਂ। ਅਸੀਂ ਮੰਗਦੇ ਗੁਰੂ ਕੋਲੋਂ ਜੋ ਕੋਈ ਦੁਕਾਨਾਂ ਤੋਂ ਮਿਲ ਜਾਂਦਾ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਕੋਲੋਂ ਗਿਆਨ ਮੰਗਿਆ ਕਰੀਏ। ਗੁਰੂ ਕੋਲ ਗਿਆਨ ਹੀ ਹੈ ਸਭ ਤੋਂ ਵੱਡੀ ਚੀਜ਼। ਜਦੋਂ ਗਿਆਨ ਆ ਗਿਆ, ਗੁਰਬਾਣੀ ਨੇ ਇੱਕ ਬਚਨ ਹੈ ਕਿ ਕਬੂ ਸਾਧ ਸੰਗਤਿ ਪਾਵੇ, ਉਸ ਸਥਾਨ ਤੇ ਬੌੜ ਨਾ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਿਨਾਸ਼। ਗਿਆਨ ਵਾਲੀ ਅਵਸਥਾ ਕਦੀ ਖਤਮ ਨਹੀਂ ਹੁੰਦੀ। ਇਹ ਗਿਆਨ ਵਾਲੀ ਅਵਸਥਾ ਹੈ ਜਿਹੜੀ ਤੁਹਾਨੂੰ ਕਹੇਗੀ ਜਿਉਂ ਜਲ ਮੈਂ ਜਲ ਆਏ, ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਦ ਕੁਰਬਾਨ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਪੁੱਲ ਚੁੱਕ ਦੀ ਖਿਮਾ। ਅਗਲਾ ਪ੍ਰੋਗਰਾਮ ਪਿਆਰ ਨਾਲ ਸਰਵਣ ਕਰੋ। ਸਾਰੇ ਹੀ ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।